ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਆਪਾਂ ਸੰਗਤ ਰੂਪ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਸਾਰਾ ਪਰਿਵਾਰ ਇਕੱਤਰ ਹੋਏ ਹਾਂ, ਜਿਸ ਨੂੰ ਮਹਾਰਾਜ ਗੁਰਬਾਣੀ ਦੇ ਵਿੱਚ ਸਮਝਾਉਂਦੇ ਨੇ, ਮਾਤ ਪਿਤਾ ਸੁਤ ਬਨਤਾ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ। ਕਿ ਅਸੀਂ ਪਿਛਲੇ ਜਨਮਾਂ ਦੇ ਵਿਛੜੇ ਹੋਏ ਅੱਜ ਆਪਾਂ ਇੱਥੇ ਇਕੱਤਰ ਹੋਏ ਹਾਂ। ਜਦੋਂ ਤੋਂ ਅਸੀਂ ਸੱਚ ਤੋਂ ਚੱਲੇ ਹਾਂ, ਅਸੀਂ ਸਫ਼ਰ 'ਤੇ ਚੱਲੇ ਹਾਂ, ਅਤੇ ਸਾਡੇ ਵਿੱਚੋਂ ਕੋਈ ਆਕਾਸ਼ ਲੋਕ ਨੂੰ ਚਲਾ ਗਿਆ, ਕੋਈ ਪਤਾਲ ਲੋਕ ਨੂੰ ਚਲਾ ਗਿਆ, ਕੋਈ ਭੂਮ ਲੋਕ ਨੂੰ ਚਲਾ ਗਿਆ। ਐਸਾ ਅਸੀਂ ਸਾਰੇ ਵਿਛੜ ਗਏ। ਫਿਰ ਕਦੇ ਕਦੇ ਸਾਡਾ ਮਿਲਾਪ ਹੋਇਆ, ਫਿਰ ਅਸੀਂ ਵਿਛੜ ਗਏ। ਐਸਾ ਅਸੀਂ ਮਿਲਦੇ ਅਤੇ ਵਿਛੜਦੇ ਆ ਰਹੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਸਮਝਾਉਂਦੇ ਨੇ, ਆਉਂਦੇ ਨੇ, ਜੁੜ ਜੁੜ ਵਿਛੜੇ ਵਿਛੜ ਜੁੜੇ, ਜੀਵ ਜੀਵ ਮੋਏ ਮੋਏ ਜੀਵੇ, केत्यों के बाप केत्यों के बेटे, केते गुर चेले हुए। असी मिलते रहे विछड़ते रहे, ऐसा असी सफ़र ते चल पे, लम्मा सफ़र हो गया। असी वापस अपने घर नहीं गए। जिस मार्ग के उपर मन चल पिया तो वह मार्ग साढ़े घर नूं नहीं सी जांदा। जिस नूं महाराज दसदे ने, मार्ग संसार को नानक थिर नहीं कोय। हुण चलदे चलदे फिर मौका मिले, सानू मानस जन्म बख्शिश होया है, आपां फिर विछड़े हुए मिले हाँ। महाराज सच्चे पातशाह दसदे ने कि जदों असीं मिलते हाँ कई जन्मां दे विछड़े होए, तो फिर असीं अपने पिछोकड़ दियां, अपने बचपन दियां जिहड़ियां गल्लां ने, उन्हां नूं चेते करना हुंदा है। जिस दुनियावी तौर पर भी दोस्त मित्र कट्ठे रहंदे ने, विछड़ जाते हैं वड्डे होके। कोई किते चला गया, कोई किते काम ते लग गया, तो जदों वो कट्ठे होंदे ने, वो फिर अपने बचपन दीयां गल्लां करदे ने। भी किसां असीं खेडदे हुंदे सी, पढ़दे हुंदे सी, माता पिता कोल किसां रहिंदे हुंदे सी छोटे हुंदे। इत्थे हुण जदों असीं संगत विच आउंदे हां ते महाराज कहंदे तुसीं विछड़े होए मिले हो, ते तुसीं हुण अपने बचपन दीयां यादां ताज़ियां करो, अपने माता पिता दीयां, अपने पिछोकड़ दी जिहड़ी कहानी है वो बैठ के विचारो। ते पातशाह कहंदे, आंदे ने, बबाणियां कहानियां पुत सपुत करन, जे सतगुरु भावे तां मन लैन, सही कर्म करन। आंदे तुसीं अपने पिछोकड़ दी कहानी सुनो, कित्थों चले हो तुसीं,
ਤੁਹਾਡਾ ਜਨਮ ਕਿੱਥੋਂ ਹੋਇਆ ਹੈ, ਤੁਹਾਡਾ ਮਾਤਾ ਪਿਤਾ ਕੌਣ ਹੈ, ਆਪਣੇ ਮੂਲ ਦੀ ਖੋਜ ਕਰੋ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਨੂੰ ਉਪਦੇਸ਼ ਕਰਦੇ ਨੇ। ਆਓ ਅੱਜ ਆਪਾਂ ਸਾਰੇ ਆਪਣੇ ਪਿਛੋਕੜ ਦੀ ਕਹਾਣੀ ਸੁਣਦੇ ਹਾਂ, ਜੋ ਸਾਡੀ ਆਪਣੀ ਕਹਾਣੀ ਹੈ। ਗੁਰੂ ਨਾਨਕ ਦੇਵ ਜੀ ਨੇ ਦੇਖਿਆ ਵੀ ਅਸੀਂ ਸਾਰੇ ਦੂਸਰੇ ਦੀਆਂ ਕਹਾਣੀਆਂ ਪੜ੍ਹਦੇ ਹਾਂ, ਦੂਸਰੇ ਦੇ ਬਾਰੇ ਸੋਚਦੇ ਹਾਂ, ਦੂਸਰੇ ਦੇ ਬਾਰੇ ਸਿੱਖਦੇ ਹਾਂ, ਦੂਸਰੇ ਦਾ ਜੀਵਨ ਪੜ੍ਹਦੇ ਹਾਂ। ਦਿੱਤਾਂ ਸਿੱਧਾਂ ਪੁਰਖਾਂ ਦੀਆਂ ਵਡਿਆਈਆਂ, ਗੁਰਮੁਖਾਂ ਦੀਆਂ ਜੀਵਨੀਆਂ, ਯੋਧਿਆਂ ਦੀਆਂ ਵਾਰਾਂ ਅਸੀਂ ਪੜ੍ਹਦੇ ਤੇ ਪੜ੍ਹਾਉਂਦੇ ਆ ਰਹੇ ਹਾਂ। ਅਸੀਂ ਆਪਣੇ ਆਪ ਦੀ ਖੋਜ ਨਹੀਂ ਕਰਦੇ, ਆਪਣੇ ਆਪ ਦੀ ਪਹਿਚਾਣ ਨਹੀਂ ਕੀਤੀ। ਅਸੀਂ ਕੌਣ ਹਾਂ? ਮਾਰੇ ਕਹਿੰਦੇ ਨੇ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੇ ਨਾ ਪਾਈਆਂ। ਅਸੀਂ ਆਪਣੇ ਮੂਲ ਦੀ ਗੱਲ ਨਹੀਂ ਕੀਤੀ, ਅਸੀਂ ਨਹੀਂ ਸਮਝਿਆ ਵੀ ਅਸੀਂ ਕੌਣ ਹਾਂ, ਸਿਰਫ ਦੂਸਰੇ ਦੇ ਬਾਰੇ ਗਿਆਨ ਪ੍ਰਾਪਤ ਕਰ ਲਿਆ ਹੈ। ਗੁਰੂ ਨਾਨਕ ਦੇਵ ਜੀ ਨੇ ਸੰਸਾਰ ਵਿੱਚ ਆ ਕੇ ਸਾਨੂੰ ਸਾਡੇ ਮੂਲ ਦਾ ਭੇਦ ਦੇਣਾ ਸ਼ੁਰੂ ਕੀਤਾ ਤੇ ਸਾਨੂੰ ਕਹਾਣੀ ਸੁਣਾਈ ਵੀ ਅਸੀਂ ਕਿੱਥੋਂ ਚੱਲੇ ਹਾਂ, ਸਾਡਾ ਮੂਲ ਕੀ ਹੈ ਸਾਰਿਆਂ ਦਾ। ਕਿਉਂਕਿ ਉਹਨਾਂ ਨੇ ਦੇਖਿਆ ਕਿ ਬਹੁਤ ਸਾਰੇ ਜੀਵ ਪਰਮਾਤਮਾ ਨੂੰ ਯਾਦ ਕਰਦੇ ਨੇ ਆਪੋ ਆਪਣੇ ਨਾਂ ਰੱਖ ਕੇ, ਆਪੋ ਆਪਣੇ ਇਲਾਕੇ 'ਚ ਉਹਦੀ ਥਾਂ ਬਣਾ ਕੇ। ਕੋਈ ਉਹਨੂੰ ਰਾਮ ਕਹਿੰਦਾ ਹੈ, ਕੋਈ ਹਰੀ ਕਹਿੰਦਾ ਹੈ, ਕੋਈ ਪ੍ਰਭੂ ਕਹਿੰਦਾ ਹੈ, ਕੋਈ ਬੀਠਲ ਕਹਿੰਦਾ ਹੈ, ਕੋਈ ਸੁੰਨ ਕਹਿੰਦਾ ਹੈ, ਕੋਈ ਅਕਥ ਕਹਿੰਦਾ ਹੈ, ਈਸ਼ਵਰ ਕਹਿੰਦਾ ਹੈ। ਬਹੁਤ ਸਾਰੇ ਨਾਂ ਉਹਦੇ ਰੱਖੇ ਨੇ, ਪਰ ਕਿਸੇ ਨੂੰ ਵੀ ਉਹਦੀ ਪਛਾਣ ਨਹੀਂ ਹੈ। ਇਸ ਕਰਕੇ ਉਹਦੇ ਵੱਖਰੇ ਵੱਖਰੇ ਰੂਪ, ਅਲੱਗਾ ਅਲੱਗਾ ਆਕਾਰ ਬਣਾ ਕੇ ਉਹਨੂੰ ਪੂਜਿਆ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਫਿਰ ਸੰਸਾਰ ਨੂੰ ਉਸ ਮੂਲ ਦਾ ਭੇਦ ਦੇਣਾ ਸ਼ੁਰੂ ਕੀਤਾ ਵੀ ਜਿਹਦਾ ਇਹ ਨਾਮ ਜਪਦੇ ਨੇ, ਇਹਨਾਂ ਨੂੰ ਉਹਦੀ ਪਛਾਣ ਹੋਣੀ ਚਾਹੀਦੀ ਹੈ। ਜਿਸ ਨੂੰ ਇਹ ਰਾਮ ਕਹਿੰਦੇ ਨੇ, ਜਿਸ ਨੂੰ ਪ੍ਰਭੂ ਕਹਿੰਦੇ ਨੇ, ਇਹਨਾਂ ਨੂੰ ਪਛਾਣ ਹੋਣੀ ਚਾਹੀਦੀ ਹੈ ਵੀ ਉਹਦਾ ਕੋਈ ਰੂਪ, ਰੰਗ, ਰੇਖ, ਭੇਖ ਨਹੀਂ ਹੈ। ਪਾਤਸ਼ਾਹ ਬਾਣੀ 'ਚ ਦੱਸਦੇ ਨੇ, ਮਰ ਕਹਿੰਦੇ ਨੇ ਸ੍ਰੀ ਰਾਮ ਚੰਦ ਜਿਸ ਰੂਪ ਨਾ ਅਰੇਖਿਆ। ਜੋ ਪਰਮਾਤਮਾ ਹੈ ਉਹਦਾ ਕੋਈ ਰੂਪ, ਰੰਗ, ਰੇਖ, ਭੇਖ ਨਹੀਂ ਹੈ। ਉਹ ਪ੍ਰਕਾਸ਼ ਰੂਪ ਹੈ, ਉਹ ਸਾਡਾ ਮੂਲ ਹੈ। ਅਸੀਂ ਉਹਦੀ ਪਹਿਚਾਣ ਕਰਨੀ ਹੈ, ਕਿਉਂਕਿ ਸਾਰੇ ਹੀ ਉਸ ਮੂਲ ਨੂੰ, ਉਸ ਸੱਚ ਨੂੰ ਭੁੱਲ ਚੁੱਕੇ ਨੇ। ਅੱਜ ਵੀ ਬਹੁਤ ਸਾਰੇ ਜੀਵ ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਪਰ ਉਹਦੀ ਪਛਾਣ ਨਹੀਂ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੱਸੇ ਕਿ ਜੇ ਪਛਾਣ ਹੀ ਨਹੀਂ ਹੈ ਤੇ ਉਹ ਤਾਂ ਆਪਣੇ ਸਾਹਮਣੇ ਆ ਜਾਏਗਾ, ਤੇ ਉਹਦੇ ਵਿੱਚ ਸਮਾਵਾਂਗੇ ਕਿਵੇਂ ਆਪਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਸ ਤਰ੍ਹਾਂ ਤਾਂ 84 ਲੱਖ ਜੂਨ ਜਿਹੜੀ ਹੈ ਉਹ ਵੀ ਪਰਮਾਤਮਾ ਦਾ ਨਾਮ ਜਪ ਰਹੀ ਹੈ,
पर ਜਿਹਦਾ ਉਹ ਨਾਮ ਜਪ ਰਹੇ ਨੇ ਉਹਨਾਂ ਨੂੰ ਉਹਦੀ ਪਛਾਣ ਨਹੀਂ ਹੈ। ਤੇ ਜਿਨ੍ਹਾਂ ਦੇਰ ਤੱਕ ਪਛਾਣ ਹੀ ਨਹੀਂ, ਆਪਾਂ ਕਿਸੇ ਦਾ ਨਾਂ ਲਈ ਜਾਈਏ ਵੀ ਫਲਾਣੇ ਨੂੰ ਮਿਲਣਾ ਹੈ, ਤੇ ਉਹ ਕਹਿਣਗੇ ਵੀ ਕੌਣ ਹੈ, ਆ ਦੱਸੋ। ਆ 50 ਜਣੇ ਖਲੋਤੇ ਨੇ, ਕੌਣ ਹੈ? ਤਾਂ ਮੈਨੂੰ ਪਛਾਣ ਨਹੀਂ। ਨਾਂ ਦਾ ਪਤਾ ਹੈ, ਨਾਂ ਰੱਖ ਲਿਆ ਆਪਣੀ ਮਰਜ਼ੀ ਨਾਲ। ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵੀ ਦੱਸਦੇ ਨੇ, ਉਹ ਆਂਦੇ ਨੇ ਅੰਤਰ ਗਿਆਨ ਨਾ ਆਇਓ, ਜੇ ਤੇ ਕੇਸ ਸੋਝੀ ਪਾਏ, ਵਿਣ ਡਿੱਠਾ ਕਿਆ ਸਲਾਹੀ ਹੈ, ਸਭ ਅੰਦੋ ਅੰਧ ਕਮਾਇਓ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਸਾਨੂੰ ਉਹਨਾਂ ਦੀ ਪਛਾਣ ਸ਼ੁਰੂ ਕੀਤੀ, ਪਛਾਣ ਕਰਾਉਣੀ। ਜੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ, ਬਾਣੀ ਦੇ ਰੂਪ ਵਿੱਚ ਸਾਨੂੰ ਪਛਾਣ ਕਰਾਈ ਜਾ ਰਹੀ ਹੈ, ਸ਼ਬਦਾਂ ਦੇ ਵਿੱਚ। ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੀ ਪਛਾਣ ਕਰਾਈ ਜੀਵਾਂ ਨੂੰ ਬੋਲ ਕੇ, ਸ਼ਬਦਾਂ ਮਾਹੇ ਵਖਾਣੀਏ, ਵਿਰਲਾ ਤਾਂ ਬੁਝੇ ਕੋਇ। ਆਓ ਹੁਣ ਆਪਾਂ ਆਪਣੇ ਮੂਲ ਨੂੰ ਪਛਾਣਨਾ ਹੈ, ਪਛਾਣ ਕਰਨੀ ਹੈ ਆਪਣੇ ਮੂਲ ਦੀ। ਇਸ ਕਰਕੇ ਬੜਾ ਇਹ ਸਮਝਣ ਦਾ ਵਿਸ਼ਾ ਹੈ। ਸਾਡਾ ਮਕਸਦ ਕੀ ਹੈ ਸਾਰਿਆਂ ਦਾ? ਜਿਹੜਾ ਵੀ ਧਰਮ ਦੇ ਮਾਰਗ ਤੇ ਚੱਲ ਰਿਹਾ ਹੈ, ਜਿਸ ਤਰ੍ਹਾਂ ਕੋਈ ਬੱਚਾ ਪੜ੍ਹਾਈ ਕਰਦਾ ਹੈ, ਹਾਂਜੀ ਪੜ੍ਹਦੇ ਨੇ ਸਾਰੇ ਆਪਣੇ ਬੱਚੇ। ਜਿਹੜਾ ਵੀ ਜੀਵ ਪੜ੍ਹਾਈ ਕਰ ਰਿਹਾ ਹੈ ਉਹਦਾ ਮਕਸਦ ਹੈ, ਮੈਂ ਡਾਕਟਰ ਬਣਨਾ ਹੈ, ਮੈਂ ਇੰਜੀਨੀਅਰ ਬਣਨਾ ਹੈ, ਮੈਂ ਅੱਛਾ ਬਿਜ਼ਨਸਮੈਨ ਬਣਨਾ ਹੈ। ਕੋਈ ਵੀ ਉਸਨੇ ਸਮਾਜ ਦੇ ਵਿੱਚ ਕਰਮ ਕਰਨਾ ਹੈ, ਸਫਲ ਹੋਣਾ ਹੈ, ਉਹਦੇ ਤੇ ਉਹਦਾ ਧਿਆਨ, ਮਿਹਨਤ, ਐਨਰਜੀ, ਪੈਸਾ, ਬੜਾ ਕੁਝ। ਹੁਣ ਜਦੋਂ ਅਸੀਂ ਧਰਮ ਦੇ ਰਸਤੇ ਤੇ ਚੱਲਣਾ ਹੈ ਤੇ ਬਹੁਤੇ ਜੀਵਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਕਰਨਾ ਕੀ ਹੈ। ਦੌੜੇ ਨੇ, ਭੱਜੇ ਫਿਰਦੇ ਨੇ, ਉਹਦੀ ਆਊਟਪੁੱਟ ਕੀ ਨਿਕਲਣੀ ਹੈ, ਉਹਦਾ ਰਿਜ਼ਲਟ ਕੀ ਨਿਕਲਣਾ ਹੈ। ਜਦੋਂ ਅਸੀਂ ਧਰਮ ਦੇ ਮਾਰਗ ਤੇ ਚੱਲਣਾ, ਤੇ ਧਰਮ ਦਾ ਮਾਰਗ ਹੈ ਜਿਸ ਰਸਤੇ ਚੱਲ ਕੇ ਅਸੀਂ ਪਾਰ ਬ੍ਰਹਮ ਦੇ ਵਿੱਚ ਸਮਾਉਣਾ ਹੈ, ਪਰਮਾਤਮਾ ਦੇ ਵਿੱਚ। ਤੇ ਜੇ ਸਾਨੂੰ ਪਰਮਾਤਮਾ ਦੀ ਪਛਾਣ ਹੀ ਨਹੀਂ ਹੋਈ, ਆਪਣੇ ਮੂਲ ਦੀ ਪਛਾਣ ਹੀ ਨਹੀਂ ਆਈ। ਬੱਚਾ ਪੜ੍ਹਾਈ ਕਰਦਾ ਹੈ, ਉਹਨੂੰ 1 2 3 4 ਹੀ ਨਹੀਂ ਆਇਆ, ਤੇ ਉਹ ਕਿੱਥੇ ਸਫਲ ਹੋਏਗਾ? ਇਸ ਕਰਕੇ ਜਦੋਂ ਅਸੀਂ ਧਰਮ ਦੇ ਮਾਰਗ ਚੱਲਣਾ, ਤੇ ਮਾਰਗ ਕਹਿੰਦੇ ਨੇ ਅਸੀਂ ਸੱਚ ਦੇ ਵਿੱਚ ਸਮਾਉਣਾ ਹੈ, ਤੇ ਤਾਂ ਸਮਾਵਾਂਗੇ ਜੇ ਸਾਨੂੰ ਉਹਦੀ ਪਹਿਚਾਣ ਹੋਏਗੀ ਤਾਂ। ਤੇ ਪਛਾਣ ਕਰਾਉਣੀ ਹੈ ਗੁਰੂ ਨੇ। ਇਸ ਕਰਕੇ ਇਹ ਸਮਝਣ ਦਾ ਵਿਸ਼ਾ ਹੈ। ਤੁਸੀਂ ਸਿੱਖਣ ਵਾਸਤੇ ਆਏ ਹੋ, ਆਪਾਂ ਪਰਿਵਾਰ ਬੈਠੇ ਹਾਂ, ਬੜੀ ਮਿਹਨਤ ਨਾਲ ਤੁਸੀਂ ਪਹੁੰਚੇ ਹੋ ਇੱਥੇ। ਕਿੰਨਾ ਸਫ਼ਰ ਤੈਅ ਕੀਤਾ ਹੈ, ਰਸਤੇ ਵਿੱਚ ਕਿੰਨਾ ਟ੍ਰੈਫਿਕ ਹੈ, ਬਚ ਬਚਾ ਕੇ ਪਹੁੰਚੇ ਹੋ। ਹਾਂਜੀ, ਕਿੰਨਾ ਧਿਆਨ ਰੱਖਣਾ ਪੈਂਦਾ ਹੈ। ਇੱਥੇ ਤੁਸੀਂ ਆਪਣਾ ਜੀਵਨ ਦਾਅ 'ਤੇ ਲਾ ਕੇ ਪਹੁੰਚੇ ਹੋ। ਤੇ ਜੇ ਇੰਨਾ ਸੰਘਰਸ਼ ਕਰਕੇ ਪਹੁੰਚੇ ਤੇ ਇੱਥੇ ਆ ਕੇ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ। ਜਿਸ ਚੀਜ਼ ਨੂੰ ਸਮਝਣ ਵਾਸਤੇ ਆਏ ਉਹਦਾ ਪਤਾ ਹੀ ਨਹੀਂ ਲੱਗਾ। ਹਾਂਜੀ,
तो इन्ना संघर्ष करके पहुँचने का की फायदा। इस करके कुछ ना कुछ प्राप्त करके जाइए। गुरु नानक देव जी का प्रकाश सारे संसार ने मनाया है, वड्डी पद्धर ते मनाया है। पर जो गुरु नानक देव जी ने संसार नूं सुनेहा दिता है, जो गुरु नानक देव जी का संसार दे विच आउण दा मुख कारण है, हुण किसी ने खुश होकर मना लिया, दुनियावी तौर पर किसी का कोई कम बन गया, जिससे तुसीं बच्चियां पासों कविता सुन रहे थे, तो दुनियावी तौर पर किसी का कोई कार सिद्ध हो गया, खुश हो गया, वो इस करके मनाउंदा है। किसी को कोई चीज़ प्राप्त होगी इस करके मनाउंदा है। पर असल दे विच जो गुरु नानक देव महाराज सच्चे पातशाह का प्रकाश पुरब इस वास्ते आप मनाउंदे हाँ कि जो गुरु नानक देव जी का संसार दे विच आउण दा मुख कारण है कि उन्होंने सानू निरंकार दे नाल जोड़िया, सानू अपने मूल दे नाल जोड़िया, सानू नाम दे नाल जोड़िया, जिस नाम नू भुल्ले होया नू सानू तकरीबन 3 युग हो चुके सी। सानू पता नहीं सी लगता पिया असी की करना है। पत्थरां दी पूजा करी जा रहे सी, तीर्थां दा रटन करी जा रहे सी, तन दा इशनान करी जा रहे सी, पहाड़ां दीआं गुफावां दे विच जाके पुट्ठे लमकदे सी, अपना जीवन ते कारोबार भी छड्डी बैठे सी। तो गुरु नानक देव जी ने आके संसार नू एक संदेश दिता, एक सुनेहा दिता और परमात्मा दे निरंकार दे मार्ग दे उपर तोरिया। ते जीव खुशी दे विच गुरु नानक देव जी का जस गाउण लगे। आओ महाराज सच्चे पातशाह ने संसार नू की दस्या। उन्होंने सब तो पहला मूल की पछाण कराई, जिस मूल नू जीव भुल चुके से, ते सानू दस्या कि जो साडा मूल है, जिसों असी प्रगट होए हाँ, वो सच है। उहदा कोई रूप रंग रेख भेख चक्कर चेन वर्ण जात पात कुछ भी नहीं है। वो प्रकाश ही प्रकाश है। वो जदों ये धरती नहीं बनी, धरती तो पहला 84 लाख तो पहला खंडां ब्रह्मंडां दे होंद विच आउण तो पहला इत्थे सारा सच ही मौजूद सी। प्रकाश ही प्रकाश सी। गुरु नानक देव जी ने उन्हां वास्ते शब्द वरतिया आद सच। भाव सृष्टि की रचना तो पहला इत्थे की सी? सारा सच सी। असी सारे सच विचों पैदा होए हाँ। साडा मूल ही सारियां दा सच है। अज असी मूल नूं भुल गए, जिस विचों पैदा होए हाँ, ते दूसरे की पूजा जिहड़ी है वो शुरू कर देती है, ते दूसरे नूं पूजी जा रहे हैं जिहड़ा मिथ्या है, जिहड़ा नाशवान है, जिहड़ा माया है। ते पूजना तो वो एक नूं सी, निराकार नूं। पूजो राम एक ही देवा। एक ही देव है परमात्मा निराकार। उहदी पूजा आ करनी सी असी। गुरु गोबिंद सिंह जी ने भी इस गल ते ही जोर दिता है, पूजा
अकाल की, परचा शब्द का। हुण संसार भुल चुका सी ते गुरु नानक देव जी ने पहचान कराई भी साडा मूल सारिਆਂ ਦਾ की है? सच। ਇਹ ਸਾਡੀ ਹੋਂਦ ਤੋਂ ਪਹਿਲਾਂ ਇੱਥੇ ਸੱਚ ਸੀ, ਪ੍ਰਕਾਸ਼ ਹੀ ਪ੍ਰਕਾਸ਼ ਸੀ। ਜਿਸਾਂ ਆ ਤੁਸੀਂ ਸਮਝਣਾ ਹੈ, ਇੱਥੇ ਹਾਲੇ ਕੁਛ ਵੀ ਤਿਆਰ ਨਹੀਂ ਹੋਇਆ ਆ ਬੋਰਡ ਦੇ ਉੱਪਰ, ਤੇ ਸਮਝੋ ਇੱਥੇ ਕੀ ਹੈ? ਸਾਰਾ ਸੱਚ ਹੈ। ਇੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ। ਇਸੇ ਨੂੰ ਹੀ ਸੱਚਖੰਡ ਕਹਿੰਦੇ ਨੇ। ਜਿੱਥੇ ਸੱਚ ਆਪ ਵਸਦਾ ਹੈ। ਤੇ ਮਾਰੇ ਕੀ ਕਹਿੰਦੇ ਨੇ? ਸੱਚਖੰਡ ਵਸੈ ਨਿਰੰਕਾਰ। ਹੁਣ ਜਿੱਥੇ ਨਿਰੰਕਾਰ ਵਸ ਰਿਹਾ ਹੈ, ਇਹ ਸੱਚ ਵਸ ਰਿਹਾ ਹੈ, ਇਹਨੂੰ ਸੱਚਖੰਡ ਕਿਹਾ ਹੈ। ਤੇ ਜੋ ਵੀ ਪੈਦਾ ਹੋਣਾ ਹੈ, ਇਹ ਸੱਚ ਦੇ ਵਿੱਚੋਂ ਹੀ ਪ੍ਰਗਟ ਹੋਣਾ ਹੈ। ਤੇ ਜਿੱਥੇ ਪੈਦਾ ਹੋਣਾ ਹੈ, ਉਹ ਸੱਚਖੰਡ ਦੇ ਵਿੱਚ ਹੀ ਪ੍ਰਗਟ ਹੋਣਾ ਹੈ। ਸੱਚਖੰਡ ਦਾ ਵੀ ਆਪਾਂ ਭੇਦ ਲੈਣਾ ਹੈ ਕਿ ਸੱਚਖੰਡ ਕੀ ਹੈ। ਸੱਚਖੰਡ ਕਿਹਨੂੰ ਕਹਿੰਦੇ ਨੇ? ਸੱਚਖੰਡ ਵਸੈ ਨਿਰੰਕਾਰ, ਜਿੱਥੇ ਨਿਰੰਕਾਰ ਵਸਦਾ। ਜਦੋਂ ਹਾਲੇ ਸ੍ਰਿਸ਼ਟੀ ਦੀ ਰਚਨਾ ਨਹੀਂ ਹੋਈ, परमात्मा एक तो अनेक रूप विच प्रगट नहीं होया, निर्गुण तो सरगुण विच नहीं आया, सूखम तो अस्थूल रूप विच प्रगट नहीं होया, अदृष्ट तो दृष्टमान विच प्रगट नहीं होया। उस वक्त इत्थे सारा सच ही सच मौजूद है, प्रकाश ही प्रकाश है। इस इलाके दे विच प्रकाश ही प्रकाश सी, दूसरा कोई नहीं सी। समझे सारे जने? मारे कहते जदों थाट किया बै करते, तदों पुछ न सेवक बिया, तदों क्या को लेवे क्या को देवे, अवर न दुआ दिया। उस वक्त दूसरा कोई है ही नहीं सी, केवल एक ही मौजूद सी, सच ही सच। तो जदों उन्होंने रचना की, अपने आप दे विचों रचना की, उन्होंने किसी की सलाह नहीं लई, किसी को पुछया नहीं, क्योंकि है ही नहीं सी कोई। इसे करके वो रचनहार भी आप है। तो जदों उसने इस खेल को खत्म करना हुंदा है, वो अपनी इच्छा दे नाल खत्म करता है। ना रचन लग्या किसी को पुछदा है, ते ना खत्म कर लग्या पुछदा है। आंदे ने जदों उसने वापस बुलाना है, खत्म करना है, उदों भी वो किसी की सलाह नहीं लैंदा। नानक तिसनूं आखिए बिन पुछिया ही ले जाए, आपन खेल आप कर देखे, खेल संकोचै तो नानक एक है। ये बहुत जरूरी है। ये इतना जरूरी है जिस तरह तुसीं एक अपने घर बच्चा जन्म लैंदा है, हाँ जी, तो माँ प्यो वास्ते जरूरी हुंदा है कि बच्चा सानू पछाणे, हुंदा ना जरूरी सारिਆਂ वास्ते। तो माता पिता का कितना जोर लगता है, वो आंदे ने अपनी पछाण कराउंदे ने उसनूं भी मैं तेरी माता हाँ, मम्मी हाँ, पिता हाँ, पापा हाँ, फिर चाचा है, ताया है, कितना जोर लगता है। जे बच्चा किसी कारण पछाणदा नहीं, तो माता पिता परेशान होंदे ने, दुखी होंदे ने भी असीं इसनूं जन्म दिता, ये सानूं पछाणदा नहीं है, साडे वाल वेखदा नहीं है। हाँ जी, आपां देखदे। हुण गुरु नानक देव जी ने इस करके कोशिश की कि जिस विचों असीं पैदा होए हाँ,
सानू अपने मूल की पछाण होनी बहुत जरूरी है। तो जे सानू अपने मूल की पछाण ही नहीं अपने माता पिता की, तो मारे कहते ने ज्यों बेसवा के पूत जमत है, नाम भरियो तिस्तर कटी। ऐसी अवस्था दे विच उन्होंने अपने पिता का पता नहीं, तो मारे कहते हैं वह जीवन ही वो अपने माता पिता उसनों माँ पिता का भेद नहीं, तो अपने पिता की जिहड़ी जायदाद है दुनियावी तौर पर उस तो वांझा रह जाता है, उन्होंने ना नहीं मिलता। जे सानू अपने मूल की पछाण नहीं, तो जो माता पिता के कोल खजाना है, हाँ जी, परमात्मा के कोल जिहड़ा खजाना है नाम का, वो मन बच्चे को प्राप्त नहीं हो सकता। तो जिन्नी देर तक सानू खजाना नहीं मिलता, तो दरगाह दे विच थां नहीं मिलेगी, असी इस लोक दे विच रह जाएंगे। इस करके गुरु नानक देव जी ने कोशिश की, भला किया संसार का, ते सानू उस मूल दे नाल जोड़िया। ये हुण समझना है सारिਆਂ ने कि जदों हाले सृष्टि की रचना नहीं हुई, तो उस वक्त इत्थे की सी सारा सच। सच इस करके क्या है क्योंकि मैल तो रहित है, निर्मल है। जिथे ये सच वसदा इत्थे माया प्रगट नहीं हुई हाले। ये उसो निर्लेप है, प्रकाश रूप है। इस करके मारे सच्चे पातशाह ने शब्द वरत्या सच। जह सच वसे कट अंतर, सो कर निर्मल था है। निर्मल है शब्द वरत्या सच, ते सच ही अपना मूल है सारिਆਂ ਦਾ। अपना मूल की है सारिਆਂ ਦਾ सच। बाणी च कहते ना, मन तू जोत स्वरूप है अपना। हाँ, असी अपने मूल नूं पछाणना है। बहुत सारे बच्चे नहीं पछाणते। एक मूल न बुझण अपना, अणहोंदा आप गिणाइंदे। हुण अपना सारिਆਂ ਦਾ मूल की है? हाँ जी, सच। तो जिथे सच मौजूद है उसनूं कहते हैं सच खंड। सच खंड वसे निरंकार। हुण इत्थे सच मौजूद सी, इन्हां दी इच्छा हुई भी असी एक खेल शुरू करना है। तो ज्यों ही इच्छा हुई, ये सच दे विचों इन्हां दी इच्छा हुई भी खेल शुरू करिए। तो ज्यों ही इच्छा हुई ये बोले, ये प्रकाश विचों आवाज़ पैदा हुई, बोले ने। तो ज्यों बोले ने, तो बोलन दे नाल बहुत जोरदार एक आवाज़ पैदा हुई। तो वो जिहड़ी आवाज़ पैदा हुई, गुरु नानक देव जी ने उसनूं नां दिता एक शब्द का। शब्द कहिंदे ने बहुत जोरदार जिहड़ी आवाज़ हुंदी है। जिस आपां कह देना खड़ाक होया, ये पिछले समय की भाषा वरतते ने कि जिथे जोरदार कोई धमाका होंदा तो कहिंदे ने शब्द होया। ये प्रकाश सच बोले, आवाज़ पैदा हुई, तो उस आवाज़ नूं कह दिता शब्द होया। ये शब्द कित्थों प्रगट होया है? सच दे विचों। इसनूं गुरु नानक देव जी ने एक कवाऊ भी किया है। कवाऊ
कीता पसाओ एको कवाओ। ये उन्होंने एक बोल है, एक आवाज़ है। ये जिहड़ी आवाज़ प्रगट हो रही है सच दे विचों। इस करके गुरु नानक देव जी ने इनू सच का हुक्म भी किया है। सच दे विचों प्रगट होने करके, माया तो रहत होने करके इसनू नाम भी किया है। ते जो भी पसारा होना है इस सच दे विचों ते अगे शब्द तो द्वारा ही प्रगट होना है। हुण महाराज सच्चे पातशाह दसे कि ज्यों ही ये सच बोले आवाज़ पैदा हुई ते जिथों तक ये सच सी ये शब्द सारे पासे ही समा गया। ये आवाज़ सारे पासे गूंजन लग पई ये सचखंड दे विच। इस करके महाराज कहते ने भी कोई ऐसी थां नहीं है जिथे ये नाम जिहड़ा है वो मौजूद नहीं है। जदों बोले ये सारे पासे ही ये ब्रह्मंड दे विच सारे पासे शब्द गूंजन लगा। ते मारे कहते ने विण नामे ना ही को थां। जिथे जिथे सच मौजूद सी ये सारे ये शब्द गूंजन लग पिया, शब्द चलन लग पिया। जिस नूं मारे गुरबाणी दे विच फिर आपां नूं समझाउंदे ना। हुण जदों सारे पासे ही शब्द दी आवाज़ चली गई ये शब्द तो नाल ही पाउण पौण पानी ते बसंतर भी प्रगट हो गए। ते जिथे प्रकाश ही प्रकाश सी उथे पौण भी चलन लगी। पौण विचों पानी प्रगट होया, पौण दे विचों अग्न प्रगट हो गई ते सारे पासे धुंधुकारा हो गया। जिथे प्रकाश सी ये सचखंड दे विच सारे पासे मारे गुरबाणी दसदे ने कहंदे साचे ते पवना पिया, पवने ते जल होए। जल ते त्रिभुवन साजिया कड़ कड़ जोत समोए। जिथे प्रकाश ही प्रकाश है इस इलाके दे विच गहरी गहरी धुंध हो गई। तो उसनूं गुरु नानक देव जी ने सानूं दस्सिया ते पातशाह कहन लगे सारे पासे किहो जिहा माहौल बन गया। अरबद नरबद धुंधु कारा, धरन न गगना हुक्म अपारा। ना दिन रैण न चंद न सूरज, सुन समाद लगाइंदा। हुण ये जिहड़े पौण पानी बसंतर कित्थों प्रगट होए सारे सच दे विचों। हुण ये जिथे पौण पानी बसंतर प्रगट होए ने इस इलाके दे विच फिर रचना शुरू होनी है। ये सारा हुण खेल शुरू होना है। तो कित्थे शुरू होना है? सचखंड वसे निरंकार कर कर वेखै नदर निहाल। तो इस इलाके दे विच हुण घड़ी जानी है धर्मशाल। तो धर्मशाल दे विच फिर जीवन शुरू होना है जिस तरह आपां। तो फिर नाल नाल आपां समझना है भी किस तरह सच जिहड़ा है आद सच ते किवें वो जुगाद सच विच तब्दील होण लगा है। किवें ये युग शुरू होण लगे ने, किवें हुण खेल शुरू हुंदा है ते किवें खेल शुरू करके आप गुप्त हो के बैठ जाता है भी सच। ते किस तरह फिर जदों वो खेल नूं खत्म करता है नानक होसी भी सच। ये गुरु नानक देव जी ने शुरू तो लैके ते भविष्यवाणी की हुई है कि जदों इस सृष्टि का अंत आउंदा है खत्म होंदी है उस वक्त इत्थे की माहौल बनता है। अज आपां अपने मूल का भेद लैन जा रहे हैं सारे जाने। हुण ये जो भी कुछ प्रगट हो रहा है कित्थों प्रगट होया है? सच दे विचों। सच अपना मूल है सारिआं दा। हुण ज्यों ही इत्थे धुंधुकारा हो गया, अरबद नरबद धुंधुकारा।
ਇਸ ਧੁੰਦੂ ਕਾਰੇ ਦੇ ਵਿੱਚ ਨਿਸ਼ਾਨਦੇਹੀ ਲਾਈ ਗਈ। ਪਾਉਣ ਤੋਂ ਸੂਖਮ ਮਾਇਆ ਪ੍ਰਗਟ ਹੋਈ ਤੇ ਮਾਇਆ ਤੋਂ ਨਿਸ਼ਾਨਦੇਹੀ ਲਵਾਈ ਗਈ ਵੀ ਜਿੰਨੇ ਇਲਾਕੇ ਦੇ ਵਿੱਚ ਖੇਲ ਖੇਲਣਾ ਹੈ, ਵੀ ਖੇਲ ਸ਼ੁਰੂ ਕਰਨਾ ਹੈ ਜਿੱਥੇ ਇਹ ਸਾਰੇ ਪਾਸੇ ਧੁੰਦੂਕਾਰਾ ਹੈ, ਉਹਦੇ ਵਿੱਚੋਂ ਕੁਝ ਕੁ ਹਿੱਸੇ ਦੀ ਨਿਸ਼ਾਨਦੇਹੀ ਲਈ ਗਈ। ਵੈਸੇ ਅੱਜ ਵਿਗਿਆਨ ਖੋਜ ਕਰ ਰਿਹਾ ਹੈ, ਉਹ ਜਦੋਂ ਥੋੜ੍ਹਾ ਜਿਹਾ ਦੂਰ ਚਲੇ ਜਾਂਦੇ ਨੇ ਬਾਹਰ ਤੇ ਉਸ ਨੂੰ ਉਹਨਾਂ ਨੇ ਇੱਕ ਬਲੈਕ ਹੋਲ ਦਾ ਨਾਂ ਦਿੱਤਾ ਹੈ। ਸਮਝ ਨਹੀਂ, ਵੈਸੇ ਭੇਦ ਨਹੀਂ ਹੈ। ਹੁਣ ਮਹਾਰਾਜ ਨੇ ਕੁਝ ਇਲਾਕਾ ਛੱਡ ਦਿੱਤਾ ਜਦੋਂ ਖੇਲ ਸ਼ੁਰੂ ਕਰਨਾ, ਕੁਝ ਹਿੱਸੇ ਦੀ ਨਿਸ਼ਾਨਦੇਹੀ ਲਈ ਗਈ ਹੈ। ਹੇਠਲੇ ਨੂੰ ਪਤਾਲ ਕਹਿ ਦਿੱਤਾ ਹੈ, ਉੱਪਰਲਾ ਜਿਹੜਾ ਹਿੱਸਾ ਹੈ ਉਸ ਨੂੰ ਆਕਾਸ਼ ਕਹਿ ਦਿੱਤਾ ਹੈ। ਤੇ ਇੱਥੇ ਫਿਰ ਖੇਲ ਸ਼ੁਰੂ ਕਰਨ ਲੱਗੇ ਨੇ। ਹੁਕਮ ਹੋਇਆ ਵੀ ਸਭ ਤੋਂ ਪਹਿਲਾਂ ਇਸ ਸੱਚਖੰਡ ਦੇ ਵਿੱਚ ਇੱਕ ਧਰਮਸ਼ਾਲ ਤਿਆਰ ਕੀਤੀ ਜਾਵੇ, ਜਿਸ ਦੇ ਉੱਪਰ ਖੇਲ ਸ਼ੁਰੂ ਕਰਨਾ ਹੈ। ਤਿਆਰ ਕਰਨ ਵਾਸਤੇ ਮਾਇਆ ਨੇ ਸੱਚ ਦੇ ਨਾਲ ਸੰਜੋਗ ਕੀਤਾ। ਤੇ ਕਿਵੇਂ ਸੰਜੋਗ ਹੋਇਆ? ਜਿਸ ਨੂੰ ਮਾਰੇ ਕਹਿੰਦੇ ਨੇ ਕਾਇਆ ਕਾਮਣ ਅਤ ਸਵਾਲਿਓ, ਪਿਰ ਵਸੇ ਜਿਸ ਨਾਲੇ, ਪਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ। ਇਹ ਜਿਹੜਾ ਸ਼ਬਦ ਹੈ ਇਹ ਮਾਇਆ ਹੈ। ਸ਼ਬਦ ਰਾਹੀਂ ਮਾਇਆ ਨੇ ਸੱਚ ਦੇ ਨਾਲ ਸੰਜੋਗ ਕੀਤਾ। ਸੰਜੋਗ ਹੋਇਆ, ਇਹਦੇ ਵਿੱਚੋਂ ਤ੍ਰੈ ਗੁਣ ਪੈਦਾ ਹੋਏ। ਇਹ ਜਿਹੜੇ ਤ੍ਰੈ ਗੁਣ ਪੈਦਾ ਹੋਏ ਨੇ, ਮਹਾਰਾਜ ਬਾਣੀ 'ਚ ਦੱਸਦੇ ਨੇ, ਉਹ ਆਂਦੇ ਮਾਇਆ ਮਾਈ ਤ੍ਰੈ ਗੁਣ ਪਰਸੂਤ ਜਮਾਇਆ। ਇਹ ਜਿਹੜੇ ਤ੍ਰੈ ਗੁਣ ਪੈਦਾ ਹੋਏ, ਜਿਨ੍ਹਾਂ ਨੂੰ ਰਜੋਗੁਣ, ਤਮੋਗੁਣ ਤੇ ਸਤੋਗੁਣ ਦਾ ਨਾਂ ਦਿੱਤਾ ਹੋਇਆ ਹੈ। ਇਹ ਜਦੋਂ ਤ੍ਰੈ ਗੁਣ ਪੈਦਾ ਹੁੰਦੇ ਨੇ, ਇਹ ਐਸੀ ਅਵਸਥਾ ਵਿੱਚ ਪੈਦਾ ਹੁੰਦੇ ਨੇ ਜਿਸ ਨੂੰ ਮਹਾਰਾਜ ਕਹਿੰਦੇ ਨੇ ਧਰਮ ਖੰਡ। ਕੱਚ ਪਕਾਈ ਉੱਥੇ ਪਾਏ ਧਰਮ ਖੰਡ ਕਾ ਇਹੋ ਧਰਮ। ਇਹ ਜਿਹੜਾ ਸਾਡੇ ਸੇ ਤੱਤ ਨੇ, ਪੌਣ ਪਾਣੀ ਬਸੰਤਰ, ਇੱਧਰ ਆਕਾਸ਼ ਹੈ, ਇੱਧਰ ਪਤਾਲ ਦਾ ਤੱਤ ਹੈ। ਇਹ ਧਰਤੀ ਤਿਆਰ ਹੋਣੀ ਹੈ ਪਹਿਲਾਂ। ਥੋੜ੍ਹੇ ਥੋੜ੍ਹੇ ਇਹਦੇ ਵਿੱਚੋਂ ਤੱਤ ਇਕੱਠੇ ਕੀਤੇ ਗਏ। ਇਹ ਧਰਮਖੰਡ ਦੇ ਵਿੱਚ ਵੱਖਰੇ ਕੀਤੇ ਜਾਂਦੇ ਨੇ। ਜਿੰਨੀ ਲੋੜ ਹੈ ਆਕਾਰ ਤਿਆਰ ਕਰਨ ਦੀ ਉਹ ਵੱਖਰੇ ਰੱਖ ਲਏ ਗਏ। ਜਿੰਨੀ ਕੁ ਲੋੜ ਹੈ ਇਹ ਧਰਤੀ ਨੂੰ ਤਿਆਰ ਕਰਨ ਦੀ, ਉਹਨਾਂ ਨੂੰ ਵੱਖਰਾ ਕਰ ਲਿਆ ਗਿਆ। ਤੇ ਵੱਖਰਾ ਕਰਕੇ ਜਦੋਂ ਉਸ ਨੂੰ ਇੱਥੇ ਪਕਾਇਆ ਜਾਂਦਾ ਹੈ ਧਰਮਖੰਡ ਦੇ ਵਿੱਚ, ਇਹਦੇ ਵਿੱਚੋਂ ਜਿਹੜਾ ਗੁਣ ਪੈਦਾ ਹੁੰਦਾ ਹੈ, ਜਿਸ ਤਰ੍ਹਾਂ ਪਾਉਣ ਦਾ ਜਿਹੜਾ ਗੁਣ ਹੈ ਉਹ ਆਸ਼ਾ, ਅਭਿਲਾਸ਼ਾ ਤੇ ਤ੍ਰਿਸ਼ਨਾਵਾਂ ਹੈ। ਇਸ ਕਰਕੇ ਉਸ ਨੂੰ ਰਜੋ ਗੁਣ ਦਾ ਨਾਂ ਦਿੱਤਾ ਹੋਇਆ। ਪਾਣੀ ਦਾ ਗੁਣ ਹੈ, ਇਹਨੂੰ ਸਤੋ ਗੁਣ ਦਾ ਨਾਂ ਦਿੱਤਾ ਹੋਇਆ। ਇਸੇ ਤਰ੍ਹਾਂ ਅਗਨ ਦਾ ਜਿਹੜਾ ਗੁਣ ਹੈ ਇਹਨੂੰ ਤਮੋ ਗੁਣ ਦਾ ਨਾਂ ਦਿੱਤਾ ਹੋਇਆ। ਇਸ ਧੁੰਦੂ ਕਾਰੇ ਦੇ ਵਿੱਚੋਂ ਸਾਰੇ ਤੱਤਾਂ ਨੂੰ ਵੱਖਰਾ ਵੱਖਰਾ ਕਰ ਲਿਆ ਗਿਆ ਤੇ ਧਰਮਖੰਡ ਦੇ ਵਿੱਚ ਇਹਨਾਂ ਨੂੰ ਰੱਖਿਆ ਗਿਆ, ਜਿਸ ਨੂੰ ਮਾਰ ਕਹਿੰਦੇ ਨੇ ਕੱਚ ਪਕਾਈ ਉੱਥੇ ਪਾਏ। ਇਹ ਕੱਚਾ ਮਾਲ,
ਇਹ ਤੱਤਾਂ ਨੂੰ ਇਕੱਠਿਆ ਕੀਤਾ ਗਿਆ। ਹੁਣ ਅਗਲੇ ਪਾਸੇ ਸਰਮਖੰਡ ਹੈ। ਸਰਮਖੰਡ ਦੇ ਵਿੱਚ ਸੂਖਮ ਆਕਾਰ ਤਿਆਰ ਹੋਣ ਲੱਗੇ। ਸੂਖਮ ਆਕਾਰ ਜਿਹੜੇ ਨੇ ਉਹ ਇਹ ਸ਼ਬਦ ਤੋਂ ਤਿਆਰ ਹੁੰਦੇ ਨੇ। ਪੌਣ ਤੋਂ ਅਸਥੂਲ ਤੇ ਸ਼ਬਦ ਦੇ ਰਾਹੀਂ ਸੂਖਮ ਆਕਾਰ ਤਿਆਰ ਹੋਣ ਲੱਗੇ। ਇਸ ਧੁੰਦੂਕਾਰੇ ਦੇ ਵਿੱਚ ਜਿਹੜਾ ਸ਼ਬਦ ਚੱਲ ਰਿਹਾ ਸੀ, ਜਦੋਂ ਇਹਨਾਂ ਤੱਤਾਂ ਨੂੰ ਵੱਖਰਿਆਂ ਕੀਤਾ, ਸ਼ਬਦ ਦੇ ਵਿੱਚੋਂ ਜਿਹੜਾ ਪ੍ਰਕਾਸ਼ ਪੈਦਾ ਹੋਇਆ, ਉਹਦੇ ਤੋਂ ਸੂਖਮ ਆਕਾਰ ਤਿਆਰ ਹੋਇਆ, ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾ ਸਦਾ ਕੀ ਸੁਧ। ਅਗਲੇ ਪਾਸੇ ਗਿਆਨ ਖੰਡ। ਗਿਆਨ ਖੰਡ ਦੇ ਵਿੱਚ ਜਿਹੜਾ ਇਹ ਸ਼ਬਦ ਸਾਰੇ ਬ੍ਰਹਿਮੰਡ ਦੇ ਵਿੱਚ ਸਮਾਇਆ ਹੋਇਆ, ਬ੍ਰਹਮ ਦੇ ਵਿੱਚ, ਇਸ ਨੂੰ ਇੱਕ ਥਾਂ ਤੇ ਟਿਕਾਇਆ ਗਿਆ, ਕੰਟਰੋਲ ਕੀਤਾ ਗਿਆ। ਜਿਸ ਤਰ੍ਹਾਂ ਹੁਣ ਸ਼ਬਦ ਬਾਹਰ ਵੀ ਚੱਲ ਰਿਹਾ ਹੈ, ਇਹ ਜਿਹੜਾ ਸ਼ਬਦ ਹੈ ਅਗਲੇ ਪਾਸੇ ਜਦੋਂ ਇਹ ਤਿਆਰ ਹੋਏਗੀ ਧਰਤੀ, ਉਹਦੇ ਵਿੱਚ ਵੀ ਚੱਲੇਗਾ। ਤੇ ਸਰਮਖੰਡ ਦੇ ਵਿੱਚ ਇਹ ਜਿਹੜੀਆਂ ਗਿਆਨ ਦੀਆਂ ਸ਼ਬਦ ਦੀਆਂ ਧੁਨਾਂ ਨੇ, ਇਹਨਾਂ ਨੂੰ ਘੜਿਆ ਜਾਂਦਾ ਹੈ। ਤੇ ਪਾਤਸ਼ਾਹ ਕਹਿੰਦੇ ਨੇ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਬਨੋਦ ਕੋਡ ਆਨੰਦ। ਹੁਣ ਇੱਥੇ ਸ਼ਬਦ ਦੀਆਂ ਧੁਨਾਂ ਘੜੀਆਂ ਗਈਆਂ ਤੇ ਕਰਮਖੰਡ ਦੇ ਵਿੱਚ ਇਹ ਸਾਰਾ ਜਿਹੜਾ ਖੇਲ ਹੈ, ਇਸ ਨੂੰ ਇਕੱਠਿਆਂ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਧਰਤੀ ਨੂੰ ਤਿਆਰ ਕਰਨ ਵਾਸਤੇ ਇਹ ਜਿਹੜੇ ਤੱਤ ਸੀ, ਇਹਨਾਂ ਨੂੰ ਇਕੱਠਿਆਂ ਕਰਕੇ ਇਹਦੇ ਵਿੱਚ ਪਤਾਲ ਦਾ ਤੇ ਆਕਾਸ਼ ਦਾ ਤੱਤ ਮਿਲਾ ਕੇ ਤੇ ਕਰਮਖੰਡ ਦੇ ਵਿੱਚ ਇਹਨਾਂ ਤੱਤਾਂ ਨੂੰ ਲਿਆ ਕੇ ਜੋੜਿਆ ਜਾਂਦਾ ਹੈ। ਤੇ ਜਿੱਥੇ ਲਿਆ ਕੇ ਜੋੜਦੇ ਨੇ, ਜਿੱਥੇ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ, ਇਹ ਸੱਚਖੰਡ ਦੇ ਵਿੱਚ ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਸੀ, ਉੱਥੇ ਇੱਕ ਬਹੁਤ ਵੱਡਾ ਜਿਹੜਾ ਆਕਾਰ ਹੈ ਉਹ ਨਜ਼ਰ ਆਉਣ ਲੱਗ ਜਾਂਦਾ ਹੈ। ਜਿੰਨੀ ਕੁ ਲੋੜ ਹੈ ਆਕਾਰ ਤਿਆਰ ਕਰਨ ਵਾਸਤੇ, ਪੌਣ, ਪਾਣੀ ਤੇ ਬਸੰਤਰ, ਉਹਨਾਂ ਨੂੰ ਵੱਖਰਾ ਰੱਖ ਲਿਆ ਜਾਂਦਾ ਹੈ। ਬਾਕੀ ਜਿਹੜੀ ਅਗਨ ਹੈ, ਉਹਦਾ ਸੰਪਰਕ ਧਰਤੀ ਦੇ ਨਾਲ ਕਰਕੇ ਗੈਸਾਂ ਦੇ ਰੂਪ ਵਿੱਚ ਸਟੋਰ ਕਰ ਦਿੰਦੇ ਨੇ। ਪਾਣੀ ਜਿਹੜਾ ਹੈ ਉਸ ਨੂੰ ਸਮੁੰਦਰਾਂ ਦੇ ਰੂਪ ਵਿੱਚ ਸਟੋਰ ਕਰ ਦਿੱਤਾ ਜਾਂਦਾ ਹੈ। ਤੇ ਜਿਹੜੀ ਪੌਣ ਹੈ, ਉਸ ਨੂੰ ਇੱਥੇ ਸੁੰਨ ਦੇ ਵਿੱਚ, ਜਿੱਥੇ ਵੈਕਿਊਮ ਪ੍ਰੈਸ਼ਰ ਹੈ, ਉੱਥੇ ਸੁੰਨ ਵਿੱਚ ਪੌਣ ਨੂੰ ਸਟੋਰ ਕਰ ਦਿੰਦੇ ਨੇ। ਕਿਉਂਕਿ ਜਿਹੜਾ ਜੀਵਾਂ ਨੇ ਧਰਤੀ ਤੇ ਵਸਣਾ ਹੈ, ਉਹਨਾਂ ਦੇ ਜਿਹੜੇ ਆਕਾਰ ਨੇ ਉਹ ਪੌਣ, ਪਾਣੀ, ਬਸੰਤਰ ਤੋਂ ਤਿਆਰ ਹੋਣੇ ਨੇ, ਤੇ ਉਹਨਾਂ ਨੂੰ ਲੋੜ ਰਹਿਣੀ ਹੈ ਪੌਣ ਦੀ ਵੀ, ਪਾਣੀ ਦੀ ਵੀ ਤੇ ਅਗਨ ਦੀ ਵੀ। ਇਸ ਕਰਕੇ ਪਰਮਾਤਮਾ ਨੇ ਇਹ ਖੇਲ ਇਸ ਤਰੀਕੇ ਨਾਲ ਸ਼ੁਰੂ ਕੀਤਾ, ਜਿੱਥੇ ਸੱਚ ਸੀ ਇੱਕ ਆਕਾਰ ਨਜ਼ਰ ਆ ਗਿਆ। ਤੇ ਕਿੱਥੇ ਨਜ਼ਰ ਆਉਣਾ ਸ਼ੁਰੂ ਹੋਇਆ? ਸੱਚਖੰਡ ਵਸੈ ਨਿਰੰਕਾਰ। ਇਹ ਜੋ ਕੁਝ ਹੋ ਰਿਹਾ ਹੈ ਉਹਦੀ ਦੇਖ ਰੇਖ 'ਚ ਹੋ ਰਿਹਾ ਹੈ। ਕਰ ਕਰ ਦੇਖੇ ਨਦਨ ਹੈ। ਸ੍ਰਿਸ਼ਟੀ ਦੀ ਰਚਨਾ ਹੋ ਰਹੀ ਹੈ, ਆਪਣੀ ਦ੍ਰਿਸ਼ਟੀ ਦੇ ਵਿੱਚ ਕਰਾ ਰਹੇ ਨੇ। ਤੇ ਕੀ ਪ੍ਰਗਟ ਹੋ ਗਿਆ? ਤਿੱਥੇ ਖੰਡ ਮੰਡਲ ਵਰਪੰਡ। ਇਸ ਤਰੀਕੇ ਦੇ ਨਾਲ ਖੇਲ ਸ਼ੁਰੂ ਹੋਇਆ ਤੇ ਬਹੁਤ ਸਾਰੇ ਅਤੇ ਧਰਤੀ ਆਪਾਂ ਇੱਕ ਦੇਖਦੇ ਹਾਂ। ਤੇ ਜਿਸ ਤਰ੍ਹਾਂ ਇਹ ਧਰਤੀ ਤਿਆਰ ਹੋਈ, ਇਹਦੇ ਵਾਂਗਰਾਂ ਹੀ ਬਹੁਤ ਸਾਰੇ ਹੋਰ ਜਿਹੜੇ ਖੰਡ ਸੀ ਉਹ ਵੀ ਹੋਂਦ ਵਿੱਚ ਆ ਗਏ।
ਤੇ ਮਾਰ ਕਹਿੰਦੇ ਨੇ ਤਿੱਥੇ ਖੰਡ ਮੰਡਲ ਵਰਪੰਡ, ਜੇ ਕੋ ਕਥੈ ਤਾਂ ਅੰਤ ਨਾਤ। ਹੁਣ ਇਹ ਜਿਹੜੀ ਧਰਤੀ ਹੈ ਇਹ ਤਿਆਰ ਹੋ ਗਈ। ਤੇ ਮਾਰ ਕਹਿੰਦੇ ਨੇ ਪੌਣ ਪਾਣੀ ਅਗਨੀ ਪਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਹੁਣ ਤਿਆਰ ਹੋ ਗਈ। ਤੇ ਕਿੱਥੋਂ ਤਿਆਰ ਹੋਈ ਹੈ ਇਹ ਧਰਤੀ? ਸੱਚ ਦੇ ਵਿੱਚੋਂ। ਤੇ ਕਿੱਥੇ ਤਿਆਰ ਹੋਈ ਹੈ ਇਹ? ਸੱਚਖੰਡ ਦੇ ਵਿੱਚ। ਹੁਣ ਜਦੋਂ ਇਹ ਤਿਆਰ ਹੋ ਗਈ, ਇਹਦੇ ਵਿੱਚ ਫਿਰ ਬਸ ਖੇਲ ਸ਼ੁਰੂ ਕਰਨ ਵਾਸਤੇ ਆ ਪਤਾਲ ਦਾ ਤੱਤ ਛੱਡ ਦਿੱਤਾ। ਧਰਤੀ ਦਾ ਤੱਤ ਲਿਆ। ਇਹ ਜਿਹੜੇ ਸੂਖਮ ਜੋਤ ਸੀ ਇਹਦੇ ਉੱਪਰ ਇਹ ਤੱਤਾਂ ਦਾ ਕੱਪੜਾ ਦੇ ਕੇ ਤੇ ਸ਼ਬਦ ਦੁਆਰਾ ਇਹਨੂੰ ਕਰਮਖੰਡ ਦੇ ਵਿੱਚ ਸੀਤਾ ਗਿਆ। ਜੁਗਤੀ ਉਹੋ ਹੀ ਵਰਤੀ ਉਹਨਾਂ ਨੇ, ਪਰ ਇਹਦੇ ਵਿੱਚ ਧਰਤੀ ਦਾ ਤੱਤ ਲਿਆ, ਕਿਉਂਕਿ ਜੀਵਾਂ ਨੇ ਧਰਤੀ ਉੱਪਰ ਵਸਣਾ ਹੈ ਤੇ ਧਰਤੀ ਨੇ ਪਤਾਲ ਦੇ ਵਿੱਚ ਵਸਣਾ ਹੈ। ਇਸ ਕਰਕੇ ਕਰਮਖੰਡ ਦੇ ਵਿੱਚ ਜਦੋਂ ਸ਼ਬਦ ਦੁਆਰਾ ਇਹਨਾਂ ਤੱਤਾਂ ਨੂੰ ਸੀਤਾ ਗਿਆ ਤੇ ਇੱਕ ਆਕਾਰ ਨਜ਼ਰ ਆਇਆ। ਤੇ ਉਹਦਾ ਆਕਾਰ ਨਜ਼ਰ ਆਇਆ ਉਸ ਨੂੰ ਮਾਰੇ ਕਹਿੰਦੇ ਨੇ ਕਰਮਖੰਡ ਕੀ ਬਾਣੀ ਜੋਰ। ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਸੀਤੋ ਸੀਤਾ ਮਹਿਮਾ ਮਾਇਆ। ਇਸਾ ਨਾਮ ਦੇ ਦੁਆਰਾ, ਸ਼ਬਦ ਦੇ ਦੁਆਰਾ ਇਹ ਤੱਤਾਂ ਨੂੰ ਸੀਤਾ ਗਿਆ, ਆਕਾਰ ਤਿਆਰ ਹੋ ਗਿਆ। ਇਹ ਜਿੱਥੇ ਆਕਾਰ ਤਿਆਰ ਹੋਇਆ ਇਸ ਧਰਤੀ ਦੇ ਉੱਪਰ, ਤਿੱਥੇ ਸੀਤੋ ਸੀਤਾ, ਇਹਨੂੰ ਸ਼ਬਦ ਦੁਆਰਾ ਸੀਤਾ ਗਿਆ ਤੱਤਾਂ ਨੂੰ, ਮਹਿਮਾ ਮਾਏ ਤੇ ਬਹੁਤ ਸੋਹਣਾ ਦਿਸਿਆ ਇਹ। ਤੇ ਮਾਰ ਕਹਿੰਦੇ ਤਿਸਕੇ ਰੂਪ ਨਾ ਕਥਨੇ ਜਾਏ। ਪ੍ਰਵਾਨ ਹੋ ਗਿਆ ਵੀ ਇਹੋ ਜਿਹੇ ਆਕਾਰ ਤਿਆਰ ਕਰ ਦਿਓ। ਇਸਾਂ ਦੇ ਆਕਾਰ ਤਿਆਰ ਕਰ ਦਿੱਤੇ ਗਏ ਬਹੁਤ ਸਾਰੇ ਖੇਲ ਸ਼ੁਰੂ ਕਰਨ ਵਾਸਤੇ। ਤੇ ਖੇਲ ਸ਼ੁਰੂ ਹੋ ਗਿਆ। ਤੇ ਕਿੱਥੇ ਸ਼ੁਰੂ ਹੋ ਗਿਆ? ਸੱਚਖੰਡ ਵਸੇ ਨਿਰੰਕਾਰ, ਘਰ ਘਰ ਵੇਖੈ ਨਦਰ ਨਿਹਾਲ। ਤਿੱਥੇ ਖੰਡ ਮੰਡਲ ਵਰਪੰਡ, ਜੇ ਕੋ ਕਥੈ ਤਿੱਥੇ ਲੋ ਲੋ ਆਕਾਰ। ਜਿਵ ਜਿਵ ਹੁਕਮ ਤਿਵੇਂ ਤਿਵ ਕਾਰ। ਇਹ ਆਕਾਰ ਤਿਆਰ ਹੋ ਗਏ। ਇਹਨਾਂ ਨੇ ਪਾਉਣ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਪਰੋ ਲਿਆ ਗਿਆ। ਤੇ ਪਾਉਣ ਵਿੱਚ ਪਰੋ ਕੇ ਇਹ ਖੇਲ ਸ਼ੁਰੂ ਕਰਨ ਲੱਗੇ। ਮਰ ਕਹਿੰਦੇ ਨੇ ਪਵਨ ਪਰੋਇਆ ਸਗਲ ਆਕਾਰਾ। ਇਹ ਹੁਣ ਆਕਾਰ ਤਿਆਰ ਹੋ ਗਿਆ ਸਾਹਮਣੇ। ਤੇ ਕਿੱਥੋਂ ਤਿਆਰ ਹੋਇਆ ਹੈ ਇਹ ਆਕਾਰ? ਹਾਂਜੀ, ਸੱਚ ਦੇ ਵਿੱਚੋਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਕਿ ਆਪਣਾ ਸਾਰਿਆਂ ਦਾ ਮੂਲ ਕੀ ਹੈ? ਸੱਚ ਹੈ। ਸੱਚ ਤੋਂ ਪ੍ਰਗਟ ਹੋਇਆ, ਖੇਲ ਸ਼ੁਰੂ ਹੋ ਗਿਆ। ਇਹ ਸਾਰੇ ਜਿਹੜੇ ਆਕਾਰ ਸੀ ਪਾਉਣ ਵਿੱਚ ਪਰੋ ਲੈ ਗਏ। ਤੇ ਪਾਉਣ ਉਹਨਾਂ ਨੇ ਆਪਣੇ ਹੱਥ ਵਿੱਚ ਰੱਖ ਲਈ ਤੇ ਹੁਕਮ ਦੇ ਵਿੱਚ ਖੇਲ ਸ਼ੁਰੂ ਕਰ ਦਿੱਤਾ। ਤੇ ਮਾਰ ਕਹਿੰਦੇ ਪਵਣੇ ਖੇਲ ਕੀਆ ਸਭ ਥਾਈਂ। ਪਾਉਣ ਦੇ ਵਿੱਚ ਖੇਲ ਸ਼ੁਰੂ ਕਰ ਦਿੱਤਾ। ਤੇ ਕਹਿੰਦੇ ਇੱਛਾ ਹੋਈ ਪਵਣੇ ਖੇਲ ਕੀਆ ਸਭ ਥਾਈਂ, ਕਲਾ ਖਿੰਚ ਟਹਾਇਂਦਾ। ਕਹਿੰਦੇ ਖੇਲੋ, ਜਦੋਂ ਮੇਰੀ ਇੱਛਾ ਹੋ ਗਈ ਮੈਂ ਇਸ ਨੂੰ ਖਤਮ ਕਰ ਦਿਆਂਗਾ। ਹੁਣ ਇੱਥੋਂ ਫਿਰ ਪਰਮਾਤਮਾ ਨੇ ਇਹ ਜਿਹੜਾ ਖੇਲ ਸੀ ਸ਼ੁਰੂ ਕਰ ਦਿੱਤਾ। ਤੇ ਪਾਤਸ਼ਾਹ ਕਹਿੰਦੇ ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਅਪਾਇਆ। ਇੰਨੇ ਆਕਾਰ ਤਿਆਰ ਕੀਤੇ, ਕੋਈ ਕਿਸੇ ਨਾਲ ਰਲਦਾ ਨਹੀਂ ਹੈ। ਆਪੇ ਫਰਕ ਕਰੇ ਵੇਖ ਵਿਗਸੇ, ਸਭ ਰਸ ਦੇਹੀ ਮਾਹਾ ਹੈ। ਵਾਜੇ ਪਾਉਣ ਤੇ ਆਪ ਵਜਾਏ, शिव शक्ति देही में पाए। गुर प्रसादी उल्टी होवे, शब्द रतन मिलता है। इधरों शब्द का खेल शुरू कर दिता, इधर पाउण दे विच परो लिया गया। आंदे हुण खेलो, तो खेल शुरू हो गया। हुण आपां सारे ही इस सच दे विचों प्रगट होए, इत्थे खेल शुरू कर दिता। ते सारा खेल कित्थों शुरू होया है? सच दे विचों। इस करके अपना सारे दा मूल की है?
सच है। हुण आपां इत्थों तक आ गए हाँ सारे, तो ये हुण आपां विचार के देखना है कि आ जिहड़ा आकार तैयार होया है ये कित्थों तैयार होया है? सच दे विचों। ते इस करके गुरु नानक देव जी ने जदों समझाया तो उन्होंने कहा ये जिहड़ा आकार है ये निराकार विचों बनिया है। निरंकार आकार है आपे। ये जिहड़ा आकार कित्थों बनिया है? निरंकार दे विचों। ये निरंकार दा ही दूसरा रूप है। इस करके इस नूं गुरु नानक देव जी ने परमात्मा दा सरगुण रूप कहा है। ये उहदा दूसरा रूप है। तो ये हुण आकार कित्थों बनिया है? सारा सच दे विचों। ये उहदा ही रूप है। निरंकार आकार है आपे। इथों फिर गुरु नानक देव जी ने ये आपां नूं समझाया। पहला एक सी, फिर ये त्रै गुण पैदा होए, फिर इसों आकार बन गया। तो उन्होंने अपना बचन शुरू किया एक ओंकार। ये उपरों उन्होंने मुख खुला रखा इसका चौथे पद नूं कि जे असी इहदे विच समाउणा चाहुंदे हां तो इन्हां त्रै गुणां नूं खत्म करके विच समा सकते हैं। उन्होंने फिर अपना जिहड़ा बचन सी एक तो शुरू किया तो क्या एक ओंकार। ये हुण आकार कित्थों बनिया है? ये एक तो बनिया है। समझे ना आपां सारे जने? ते नाल ये समझना है कि इहदे विच आपां कुछ तैयार कीता होवे। जे किसी ने पौण तैयार की होवे वो दस देवे, जे किसी ने पानी तैयार किया होवे वो दस दे, जे किसी ने अगन तैयार की होवे वो दस दे, अपने विचों किसी ने धरती बनाई होवे तो वो दस दे। हुण ये सारे उसने पैदा किए, ये सारा उसका है। तो जदों महाराज कहते हैं सानू भेद लग गया भी अपना अपने विच कुछ नहीं है, सारा किस तो प्रगट होया है? सच दे विच। तो जदों ये ज्ञान सानू दिंदे ने तो उस वक्त कहते हैं मेरा मुझ में किश नहीं। ये ब्रह्म ज्ञान की शुरुआत है। जे आपां इस अवस्था विच प्रवेश करना चाहुंदे हां भी सानू ब्रह्म की सोझी होवे, ब्रह्म का ज्ञान होवे, तो आंदे ये ब्रह्म ज्ञान का पहला सबक है। मेरा मुझ में किश नहीं, जो किश है सो तेरा, तेरा तुझको सौंपते क्या लागे मेरा। हुण अपना अपने विच कुछ भी नहीं है। जे किसी का कुछ है तो तुसी क्लेम कर सकते हो। हाँ जी, जे तुहाडा अपने विच कुछ है तो तुसी उठ के क्लेम करो भी मेरी आ शै है, मैं नहीं छड्डांगा। हाँ जी, तो जे आपां नूं ज्ञान हो गया तो फिर मनना पेगा, दो चित्ती विच नहीं रहना। नहीं तो हुणे मन जाओ, नहीं तो उठ के चल जाओ। क्योंकि जे असी दुचित्ती विच रहांगे फिर ना उधरले पासे ना इधरले पासे। जेड़ा दुबदा दे विच है, दुबदा में दोनों गए, ना माया मिली ना राम। वो ना माया दे विच ही जीवन खुशहाल बतीत करेगा अपना, ते परमात्मा तक दे पहुँच नहीं सकता। इस करके ये सिर्फ कहण मात्र नहीं है, ये बोर्ड के उपर सिर्फ कहण मात्र नहीं, ये मन दे विच वसाउण दा विषय है कि जे तां साडा साडे विच कुछ है तो असी क्लेम करिए भी साडा आ है, तो जे नहीं तो फिर असी सरैंडर करिए। जिसदा पिंड प्राण है तिसकी ये सरकार, वो क्यों मनो वसारी है। आंदे जिहदा सारा कुछ है तो फिर उहदे नाल दूरी क्यों।
हाँ जी, ਇੱਥੇ ਤਾਂ ਤੁਹਾਨੂੰ ਕੋਈ ਪਾਣੀ ਦਾ ਗਲਾਸ ਫੜਾ ਦੇ ਤੇ ਉਹਦੇ ਲੰਮੇ ਪੈ ਪੈ ਕੇ ਥੈਂਕ ਯੂ ਕਰਦੇ ਹਾਂ, ਬਹੁਤ ਧੰਨਵਾਦ। ਬੱਚਿਆਂ ਨੂੰ ਸਿਖਾਉਂਦੇ ਹਾਂ, ਇਹ ਗੁੱਡ ਮੈਨਰਸ ਨੇ। ਇਹ ਥੈਂਕ ਯੂ ਕਰਨਾ ਚਾਹੀਦਾ, ਧੰਨਵਾਦ ਕਰਨਾ ਚਾਹੀਦਾ। ਤੇ ਪਰਮਾਤਮਾ ਦੇ ਨਾਲ ਪਿਆਰ, ਜਦੋਂ ਇੱਥੇ ਗੱਲ ਆਉਂਦੀ ਹੈ ਉਹ ਕਹਿੰਦੇ ਨੇ ਸਾਡੇ ਕੋਲ ਟਾਈਮ ਨਹੀਂ ਹੈ, ਅਸੀਂ ਪਰਮਾਤਮਾ ਦੇ ਨਾਲ ਜੁੜਨਾ ਨਹੀਂ ਚਾਹੁੰਦੇ। ਇੱਥੋਂ ਤੱਕ ਕਈ ਕਹਿਣਗੇ ਅਸੀਂ ਤਾਂ ਪਰਮਾਤਮਾ ਨੂੰ ਮੰਨਦੇ ਹੀ ਨਹੀਂ ਹਾਂ। ਹਾਂ, ਜੇ ਉਹਨਾਂ ਦੀ ਇੱਛਾ ਹੈ ਨਹੀਂ ਮੰਨਦੇ ਤੇ ਉਹ ਨਾਲ ਇਹ ਵੀ ਕਹਿਣ ਵੀ ਪਰਮਾਤਮਾ ਦੇ ਬਣਾਏ ਹੋਏ ਘਰ ਦੇ ਵਿੱਚ ਅਸੀਂ ਨਹੀਂ ਰਹਿਣਾ। ਇਹ ਸਰੀਰ ਕਿੱਥੋਂ ਬਣਿਆ ਹੈ? ਹਾਂਜੀ, ਸੱਚ ਦੇ ਵਿੱਚੋਂ। ਤੇ ਜਿਸ ਪੌਣ ਪਾਣੀ ਬਸੰਤਰ ਦੁਆਰਾ ਤਿਆਰ ਹੋਇਆ ਹੈ, ਤੇ ਆ ਜਿਹੜੀ ਪੌਣ ਦਿੱਤੀ ਜਾ ਰਹੀ ਹੈ ਇਹ ਵੀ ਸੱਚ ਦੇ ਵਿੱਚੋਂ ਹੀ ਦਿੱਤੀ ਜਾ ਰਹੀ ਹੈ। ਕਹਿੰਦੇ ਜਿਸ ਦਾ ਪਿੰਡ ਪ੍ਰਾਣ ਹੈ, ਤੇ ਉਹ ਕਹਿਣ ਵੀ ਅੱਜ ਤੋਂ ਬਾਅਦ ਅਸੀਂ ਪਰਮਾਤਮਾ ਦਾ ਦਿੱਤਾ ਹੋਇਆ ਸਾਹ ਜਿਹੜਾ ਹੈ ਉਹ ਨਹੀਂ ਲਵਾਂਗੇ। ਸਿਰਫ ਕਹਿਣ ਮਾਤਰ ਨਹੀਂ ਕਿ ਮੈਂ ਪਰਮਾਤਮਾ ਨੂੰ ਨਹੀਂ ਮੰਨਦਾ। ਜੇ ਨਹੀਂ ਮੰਨਦਾ ਤੇ ਉਹਦੀਆਂ ਦਿੱਤੀਆਂ ਹੋਈਆਂ ਸਹੂਲਤਾਂ ਤੋਂ ਵੀ ਸਾਨੂੰ ਮਨੇ ਹੋਣਾ ਪਏਗਾ ਵੀ ਮੈਂ ਨਹੀਂ ਮੰਨਦਾ ਤੇ ਮੈਂ ਸਵਾਸ ਨਹੀਂ ਲਵਾਂਗਾ। ਤੇ ਬਗੈਰ ਸਵਾਸ ਤੋਂ ਉਹ ਇੱਕ ਵੀ ਸ਼ਬਦ ਆਪਣਾ ਬੋਲ ਕੇ ਦੱਸੇ, ਚਾਹੇ ਉਹ ਵਿਗਿਆਨੀ ਹੈ, ਚਾਹੇ ਉਹ ਵਿਦਵਾਨ ਹੈ, ਚਾਹੇ ਉਹ ਕੋਈ ਵੀ ਹੈ, ਉਹ ਕਹੇ ਵੀ ਮੈਂ ਸਵਾਸ ਨਹੀਂ ਲਵਾਂਗਾ, ਮੈਂ ਬੋਲ ਕੇ ਦੱਸਾਂਗਾ। ਬੋਲ ਸਕਦਾ ਉਹ? ਫਿਰ ਦੱਸੋ ਤੁਸੀਂ। ਤੇ ਸਿਰਫ ਐਵੇਂ ਹੀ ਅਗਿਆਨਤਾ ਦੇ ਵਿੱਚ ਆ ਕੇ, ਕਾਲ ਦੇ ਵਸ ਹੋ ਕੇ ਤੇ ਇਹੋ ਜਿਹੇ ਬਚਨ ਕਰਨੇ ਵੀ ਮੈਂ ਪਰਮਾਤਮਾ ਨੂੰ ਮੰਨਦਾ ਨਹੀਂ, ਪਰਮਾਤਮਾ ਹੁੰਦਾ ਹੀ ਨਹੀਂ ਹੈ, ਸਾਰਾ ਕੁਝ ਵਿਗਿਆਨ ਹੀ ਹੈ। ਤੇ ਵਿਗਿਆਨ ਤਾਂ ਇੱਕ ਰੀਸ ਹੈ। ਮਾਰੇ ਕਹਿੰਦੇ ਨੇ ਸੁਣ ਗੱਲਾਂ ਆਕਾਸ਼ ਕੀ, ਕੀਟਾ ਆਏ ਰੀਸ। ਜੋ ਕਹੇ ਵੀ ਮੈਂ ਨਹੀਂ ਮੰਨਦਾ, ਤੇ ਜੋ ਪਰਮਾਤਮਾ ਨੇ ਇਹ ਧਰਤੀ ਦੇ ਵਿੱਚ ਪਾਣੀ ਰੱਖਿਆ ਹੋਇਆ ਹੈ ਜਿੱਥੋਂ ਕੱਢਦੇ ਨੇ ਸਾਰੇ ਜਣੇ, ਹਾਂਜੀ, ਕਿਉਂਕਿ ਮੈਂ ਇਹਦਾ ਇਸਤੇਮਾਲ ਨਹੀਂ ਕਰਾਂਗਾ, ਮੈਂ ਪਾਉਣ ਦਾ ਇਸਤੇਮਾਲ ਨਹੀਂ ਕਰਾਂਗਾ, ਮੈਂ ਉਹਦੀ ਬਣਾਈ ਹੋਈ ਧਰਤੀ 'ਤੇ ਨਹੀਂ ਰਹਾਂਗਾ, ਮੈਂ ਆਪਣਾ ਬਣਾ ਕੇ ਰਹਾਂਗਾ। ਤੇ ਸਪੇਸ ਦੇ ਵਿੱਚ ਤਾਂ ਕੋਈ ਐਸੀ ਥਾਂ ਹੀ ਨਹੀਂ ਹੈ ਜਿੱਥੇ ਪਰਮਾਤਮਾ ਨਹੀਂ ਹੈ। ਉਹ ਤਾਂ ਸਾਰਾ ਕੁਝ ਪ੍ਰਗਟ ਹੀ ਸੱਚ ਦੇ ਵਿੱਚੋਂ ਹੋਇਆ ਹੈ। ਇਸ ਕਰਕੇ ਇਹ ਹੁਣ ਆਪਾਂ ਪਹਿਚਾਣ ਕਰ ਲਈ ਕਿ ਸਾਡਾ ਸਾਰਿਆਂ ਦਾ ਮੂਲ ਕੀ ਹੈ? ਸੱਚ ਹੈ। ਜੋ ਵੀ ਪ੍ਰਗਟ ਹੋਇਆ ਇਹ ਸੱਚ ਵਿੱਚੋਂ ਹੋਇਆ। ਇਹਦੇ ਵਿੱਚ ਆਪਾਂ ਨੂੰ ਹੁਣ ਗਿਆਨ ਲੱਗ ਗਿਆ ਕਿ ਮੇਰਾ ਮੁਝ ਮੈਂ ਕਿਛ ਨਹੀਂ, ਤੇ ਸਾਰਾ ਕੁਝ ਹੀ ਪਰਮਾਤਮਾ ਦਾ। ਤੇ ਹੁਣ ਤੁਸੀਂ ਇਹਦੇ ਬਾਰੇ ਸੋਚ ਕੇ ਦੱਸਣਾ, ਜੇ ਸਾਰਾ ਕੁਝ ਹੀ ਪਰਮਾਤਮਾ ਦਾ ਹੈ, ਆਪਣਾ ਆਪਣੇ ਵਿੱਚ ਕੁਝ ਨਹੀਂ, ਤੇ ਫਿਰ ਆਪਾਂ ਕੌਣ ਹੋਏ? ਹਾਂਜੀ, ਇਸ ਅਵਸਥਾ ਦੇ ਵਿੱਚ ਫਿਰ ਕਹਿੰਦੇ ਨੇ ਜਦੋਂ ਸਾਰਾ ਕੁਝ ਹੀ ਉਸਦਾ ਹੈ, ਤੇ ਆਪਾਂ ਕੌਣ ਆ? ਸਾਰੇ ਪਰਮਾਤਮਾ। ਤੇ ਫਿਰ ਕਹਿੰਦੇ ਨੇ ਇੱਥੇ ਫਿਰ ਪਛਾਣ ਆਈ ਹੈ। ਉਹ ਆਂਦੇ ਨੇ ਨਾਨਕ ਗੁਰਮੁਖ ਆਪ ਪਛਾਣੇ। ਜਦੋਂ ਪਛਾਣ ਆ ਗਈ ਨਾ, ਤੇ ਅਸੀਂ ਤਾਂ ਸਾਰੇ ਉਹਦੇ ਵਿੱਚੋਂ ਪ੍ਰਗਟ ਹੋਏ ਹਾਂ। ਪ੍ਰਭ ਜੈਸੇ ਅਬਨਾਸੀ, ਵੀ ਅਸੀਂ ਜਦੋਂ ਪਛਾਣ ਆ ਗਈ ਉਹ ਆਂਦੇ ਉਹਦਾ ਹੀ ਰੂਪ ਹਾਂ। ਇੱਥੇ ਫਿਰ ਕ੍ਰਿਸ਼ਨ ਮਹਾਰਾਜ ਨੇ ਆਪਣੇ ਆਪ ਨੂੰ ਕਿਹਾ ਸੀ ਕਿ ਮੈਂ ਭਗਵਾਨ ਹਾਂ। ਉਹ ਜਦੋਂ ਗੱਲ ਕਰਦੇ ਸੀ ਉਹਨਾਂ ਕਹਿਣਾ ਵੀ ਮੈਂ ਭਗਵਾਨ ਹਾਂ। ਇਸ ਅਵਸਥਾ ਦੇ ਵਿੱਚ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ, ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਵੀ ਮੇਰਾ ਹੀ ਰੂਪ ਹੈ, ਇੱਕ ਹੀ ਰੂਪ ਹੈ, ਦੂਸਰਾ ਨਹੀਂ ਹੈ। ਤੇ ਹੁਣ ਐਸੀ ਅਵਸਥਾ ਦੇ ਵਿੱਚ
पछाण आ गई, ये परमात्मा है। नानक गुरमुख आप पछाणे, प्रभ जैसे अविनाशी। तो जो गुरु नानक देव जी ने कहा भी हुण तुहानूं पछाण आ गई, ये परमात्मा है, तुसी परमात्मा हो, तो इहदे वल देखो फिर आ कौन है? ये हिंदू है जां मुसलमान है तो जां कोई होर है। तो कहन लगे ना हम हिंदू ना मुसलमान, अल्लाह राम के पिंड प्राण। कहते ने ये अल्लाह का पिंड है, अल्लाह का घर है, ये परमात्मा का सच का घर है। असी ना हिंदू हाँ ना मुसलमान हाँ, ये तो परमात्मा ने अपने रहने वास्ते एक घर बनाया होया है। इतों फिर गुरु नानक देव जी ने संसार को उपदेश देना शुरू किया। ना हम हिंदू ना मुसलमान, अल्लाह राम के पिंड प्राण। ये परमात्मा ने अपना घर बनाया है खेलन वास्ते। तो जे कोई तुहाडे विचों कहेगा, मारे कहन लगे संसार नूं भी जे तुहाडे विचों कोई कहे कि मैं हिंदू हाँ तो सुनत करके कहे कि मैं मुसलमान हाँ, कहते मूर्ख है। दोवें मूर्ख ने। जिसा गुरबाणी विच भगत नाम जी ने दसिया, आंदे हिंदू अन्ना, उन्होंने परमात्मा की पछाण नहीं, वो अपने आप को वखरा समझता है। तुरक काना दोहां ते ज्ञानी सियाना। जिसनों ज्ञान आ गया भी ये सच विचों पैदा होए हाँ, आंदे ने वो सियाना, उसनों पता भी किसी दे नाल दुबता नहीं करनी। तो जे कल नूं कोई दाड़ी केस वधा के ते अपने आप को कहे कि मैं तो सिख हाँ, तो दूसरे दे नाल दुबदा करे, ईर्ष्या करे, तो मारे कहते वो भी मैं प्रवान नहीं करांगा। गरीबां उपर जो खिंजे दाड़ी, सा दाड़ी पार ब्रह्म अगन में साड़ी। आंदे जे कोई इस वास्ते आ जाए कि मैं तो सिख हाँ तो दूसरों नाल नफरत करे, तो उसनों दरगाह में थां नहीं मिलेगी। से दाड़ियां सच्चियां जे गुरु चरण लगे। इस करके अज तो बाद आप देखना भी ये कौन है सारा? आंदे विस संसार तुम देखदे हर का रूप है। इत्थे ही गुरु गोबिंद सिंह जी ने वचन किया है भी ये जो आप देख रहे हैं ये सारा उहदा रूप है, तो उहदे नाल प्यार करो। मानस की जात सब एक ही पहचान वो। ये जिहड़ा देख रहे हो ये परमात्मा ही है, तो परमात्मा दे नाल नफरत ना करो। तो जे तुसीं परमात्मा दे नाल नफरत करोगे, जिन्ना मर्जी जाप करी जाओ, तप करी जाओ, तो तुहानूं निर्गुण दे विच थां नहीं मिलेगी। इस करके फिर पातशाह ने कहा, कहते साच कहूँ सुन लेहो सबै, जिन प्रेम कियो तिन ही प्रपायो। ते अज तो बाद आप किसी दे नाल भी, आपां तो पहला ही नहीं करते, वैसे सारे तुसीं सियाणे ही हो। जे किते तुहाडे मन विच जां किसी दे मन विच थोड़ी बहुत भी नफरत आ जाती है जां दुविधा आ जाती है, उत्थे छड्ड देना है उसनूं। क्योंकि तुसीं इंसान नहीं देखना, परमात्मा देखना है। असीं नाम नाल जुड़ गए, अंदरों एक रूप हो गए। तो जे दुविधा आ गई, नफरत आ गई, छड्डना, उस वेले सिमरन करना। क्योंकि पातशाह कहते जिस नर की दुविधा ना जाए, जे नहीं छड्डी जाती तो धर्म राय तिस देश जाए। इस करके ये बहुत जरूरी है। तुसीं देखो झाती मार के भी एक दूसरे ना किते दुविधा तो नहीं मनां विच,
किसी की गल का गुस्सा तो नहीं आउंदा, जां अंदर कोई ऐसी गंढ तो नहीं बजी हुई। की फायदा जे अंदर दुविधा की गंढ है। पातशाह कहते ने दुविधा छोड़ पै निरंकारी। जे दुविधा नहीं है तो यह निरंकार ही है। तो यह तो खेल बनाया होया, आपां तो इत्थे खेलन वास्ते आए, परमात्मा ने प्रगट किया खेल है। तो दुविधा दे विच पै के काल ने सानू भुलाउणा हुंदा है। इस करके ये ध्यान रखना भी असीं भुलदे तो नहीं जा रहे, किते सानू पछाण आ रही है, किसी दे नाल भी नहीं करनी, क्योंकि मालिक ने हुण किरपा कर दी है। आपां सारे कौन हाँ? परमात्मा। ते परमात्मा नूं कोई समझा नहीं सकता। हुण तुसीं ते रब हो, परमात्मा हो। ते महाराज कहंदे ने समझाया उसनूं जांदा है जिहड़ा भुल्ला होवे। ते जिहड़े हुण साडे भरा संगी साथी कोई तुहानूं लगदा है ते उन्हां नूं समझाउणा, ये नाल ड्यूटी भी अपनी लाई हुई। आंदे ताको समझावन जाइए जे को भुल्ला होई। जे तुहानूं लगे भी इस अवस्था में चला गया तो प्यार नाल उहदा गल करनी भी अपना मूल सच है। एक पिता एकस के हम बारक। उसों प्रगट होए हाँ सारे, उहदा ही रूप हाँ। तो जिस आप कह दी ना फलाना बच्चा ना लैके उहदे पिता का उहदा ही रूप है, उहदे वर्गा ही है। इसे का कहते जिहड़ा सरगुण रूप है ये निर्गुण वर्गा ही है। तो गुरमुखा ने पछाणिया तो उन्हें कहा निर्गुण आप सरगुण भी ओही, कला धार जिन सकली मोही। उन्होंने आप ही उसने ये खेल शुरू किया है। हुण ये सारा खेल किसों प्रगट होया है? निरंकार तो, परमात्मा तो ये खेल शुरू हो गया। आओ हुण किवें खेल शुरू है अगे आपां चलदे हाँ। उन्हां जे थोड़ा जिहा आपां ध्यान नूं नेड़े करिए, सहज विच मन नूं टिकाऊ विच, ते अपने अंदरले दी दर्शन करिए। आत्मा राम दे जोत अंदर चल रही, लगातार प्रकाश हो रहा है, उस वास्ते थोड़ा अंतर ध्यान होइए। जिस तरह बाहरों सरगुण के दर्शन किए ने, इसी तरह हुण निर्गुण के भी दर्शन करिए। ये दो रूप ने उहदे, सरगुण निर्गुण निरंकार। सुन समाधि आप आपन किया नानका आपे ही फिर जाओ। आओ थोड़ी जी अखां बंद कर लो, अंदरों दर्शन करो। वाहिगुरू वाहिगुरू। वाहिगुरू 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 वाहिगुरू।
ਵਾਹਿਗੁਰੂ 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 ਵਾਹਿਗੁਰੂ। ਐਸਾ ਹੁਣ ਜਦੋਂ ਪਰਮਾਤਮਾ ਨੇ ਨਿਰੰਕਾਰ ਨੇ ਖੇਲ ਸ਼ੁਰੂ ਕੀਤਾ, ਐਸਾ ਬਹੁਤ ਸਾਰੇ ਆਕਾਰ ਤਿਆਰ ਹੋ ਗਏ। ਹੁਣ ਜਦੋਂ ਉਹਨਾਂ ਨੇ ਖੇਲ ਸ਼ੁਰੂ ਕੀਤਾ ਤਾਂ ਕਹਿਣ ਲੱਗੇ ਸਭ ਘਟ ਮੇਰੇ। ਇਹ ਸਾਰੇ ਜਿਹੜੇ ਆਕਾਰ ਨੇ ਇਹ ਸੱਚ ਚੋਂ ਤਿਆਰ ਹੋਏ ਨੇ, ਮੇਰੇ ਨੇ ਭਾਵ। ਤੇ ਉਹ ਆਪ ਹੀ ਸਾਰਿਆਂ ਦੇ ਨਾਲ ਸੰਪਰਕ ਕਰਕੇ ਬੈਠ ਗਏ। ਤਾਂ ਕਹਿਣ ਲੱਗੇ ਸਭ ਘਟ ਮੇਰੇ ਹੂੰ ਸਭਨਾ ਅੰਦਰ, ਜਿਸੇ ਖੁਆਰੀ ਤਿਸ ਕੌਣ ਕਹੇ, ਜਿਸੇ ਦਖਾਲਾਂ ਵਾਟੜੀ ਤਿਸੇ ਭੁਲਾਵੇ ਕੌਣ। ਖੇਲ ਸ਼ੁਰੂ ਕਰਨਾ ਸੀ। ਇਕਨਾਂ ਨੂੰ ਅੰਦਰੋਂ ਗਿਆਨ ਦੇ ਦਿੱਤਾ, ਸੋਝੀ ਦੇ ਦਿੱਤੀ, ਜਗਾ ਲਿਆ, ਤੇ ਇਕਨਾਂ ਨੂੰ ਰਸਤਾ ਭੁਲਾ ਦਿੱਤਾ। ਹੁਣ ਜਿਨ੍ਹਾਂ ਨੂੰ ਭੁਲਾ ਦਿੱਤਾ ਉਹਨਾਂ ਨੂੰ ਭੁਆਲੀ ਦੇ ਦਿੱਤੀ। ਇਹ ਹੁਣ ਤੁਸੀਂ ਦੇਖਣਾ ਵੀ ਆਪਾਂ ਕਿਹੜੀ ਕੈਟਾਗਰੀ 'ਚ ਆਉਂਦੇ ਹਾਂ। ਜਿਨ੍ਹਾਂ ਨੂੰ ਭੁਆਲੀ ਦੇ ਦਿੱਤੀ ਉਹਨਾਂ ਦੇ ਲੋਕੇ ਅੰਦਰ ਬੈਠ ਗਿਆ, ਇੱਧਰੋਂ ਆਵਾਜ਼ ਦੇਣ ਲੱਗਾ, ਇੱਧਰੋਂ ਸਵਾਸ ਦੇਣ ਲੱਗਾ ਵੀ ਬੱਚਾ ਮੇਰੇ ਵੱਲ ਦੇਖੇ, ਮੈਨੂੰ ਲੱਭ ਲੈ। ਤਾਂ ਮਹਾਰਾਜ ਕਹਿੰਦੇ ਦਈ ਭੁਆਲੀ ਪੁਰਖ ਬਤਾਤੇ। ਭੁਆਲੀ ਦੇ ਕੇ ਇੱਥੇ ਭੇਜ ਦਿੱਤਾ ਮਾਇਆ ਦੇ ਘਰ ਵਿੱਚ। ਆਓ ਬੈਠ ਕੇ ਅੰਦਰ ਆਵਾਜ਼ ਦੇਣ ਲੱਗੇ ਵੀ ਮੇਰੀ ਆਵਾਜ਼ ਦਾ ਪਿੱਛਾ ਕਰਕੇ ਸੁਣ ਕੇ ਮੈਨੂੰ ਲੱਭ ਲਏਗਾ। ਹੁਣ ਇੱਧਰੋਂ ਬੋਲਣ ਲੱਗੇ ਨੇ, ਇੱਧਰ ਮਨ ਨੂੰ ਭੇਜ ਦਿੱਤਾ, ਤੇ ਮਨ ਦਾ ਸੰਪਰਕ ਸਰੀਰ ਦੇ ਨਾਲ ਕਰ ਦਿੱਤਾ, ਪੌਣ ਦੇ ਨਾਲ ਕਰ ਦਿੱਤਾ। ਪੌਣ ਵਿੱਚੋਂ ਰਜੋਗੁਣ ਪੈਦਾ ਹੋ ਗਿਆ। ਜਦੋਂ ਰਜੋਗੁਣ ਦੇ ਵਿੱਚ ਆਇਆ ਤੇ ਇਹਦੇ ਅੰਦਰ ਤ੍ਰਿਸ਼ਨਾ ਪੈਦਾ ਹੋ ਗਈ, ਤੇ ਜਿਉਂ ਹੀ ਤ੍ਰਿਸ਼ਨਾ ਪੈਦਾ ਹੋਈ ਇਹ ਆਪਣੇ ਪਿਤਾ ਦੀ ਆਵਾਜ਼ ਸੁਣਨੀ ਬੰਦ ਕਰ ਗਿਆ। ਤੇ ਸਭ ਤੋਂ ਪਹਿਲਾ ਰੋਗ ਹੀ ਇਸ ਨੂੰ ਇਹ ਲੱਗ ਗਿਆ। ਤੇ ਪਾਤਸ਼ਾਹ ਕਹਿੰਦੇ ਨੇ ਇਹ ਮਾਇਆ ਜਿਤ ਹਰ ਵਿਸਰੇ, ਮੋਹ ਪੁਜੇ ਭਾਉ ਦੂਜਾ ਲਾਇਆ। ਇੱਥੇ ਇਹਦਾ ਸੰਪਰਕ ਟੁੱਟ ਗਿਆ। ਭਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ, ਇਹ ਸਰੀਰ ਦੀ ਖੁਰਾਕ ਲੈਣ ਲੱਗਾ। ਇੱਥੇ ਰਜੋਗੁਣੀ ਵਿਚਾਰ ਚੱਲ ਪਏ। ਇੱਧਰੋਂ ਉਹਨਾਂ ਨੇ ਸਵਾਸ ਦਿੱਤੇ ਵੀ ਜੇ ਮੇਰੀ ਆਵਾਜ਼ ਨਹੀਂ ਸੁਣੇਗਾ ਤੇ ਜਿੱਥੋਂ ਮੈਂ ਸਵਾਸ ਦੇ ਰਿਹਾ ਹਾਂ ਇੱਧਰੋਂ ਹੀ ਮੈਨੂੰ ਦੇਖ ਲੈ। ਇੱਧਰੋਂ ਜਿੱਧਰੋਂ ਸਵਾਸ ਦਿੱਤਾ ਇਹਨੂੰ ਦੇਖਣ ਦੇ ਬਜਾਏ ਇਹਨੇ ਨੇ ਇਹ ਜਿਹੜੇ ਰੰਗ ਸੀ ਅਲੱਗਾ ਅਲੱਗਾ ਤਿਆਰ ਹੋਏ ਉਹਨਾਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ। ਵਿਚਾਰ ਚੱਲਣ ਲੱਗ ਪਏ, ਇਹ ਭੁੱਲ ਗਿਆ। ਪਾਤਸ਼ਾਹ ਕਹਿੰਦੇ ਨੇ ਮਨ ਭੁੱਲੋ ਮਾਇਆ ਕਰ ਜਾਏ। ਮਾਇਆ ਦੇ ਭੁੱਲ ਗਿਆ। ਨਾ ਸਾਹਮਣੇ ਜਿਹੜਾ ਸਵਾਸ ਦੇ ਰਿਹਾ ਹੈ
ਉਹਦੀ ਪਛਾਣ ਹੈ, ਨਾ ਅੰਦਰ ਬੈਠਾ ਆਵਾਜ਼ ਮਾਰਦਾ ਹੈ, ਉਹਦੀ ਸੁਣਦਾ ਹੈ। ਇਹ ਅੰਨਾ ਹੋ ਗਿਆ, ਇਹ ਬੋਲਾ ਹੋ ਗਿਆ, ਤੇ ਕੌਣ ਹੋ ਗਿਆ? ਮਾਇਆ ਧਾਰੀ, ਅਤ ਅੰਨਾ ਬੋਲਾ, ਸ਼ਬਦ ਨਾ ਸੁਣਾਈ, ਬਹੁ ਰੋਲ ਕਚੋਲਾ। ਇਹ ਹੁਣ ਮਨ ਇੱਧਰ ਨੂੰ ਭੁੱਲ ਗਿਆ, ਇਹ ਦੂਸਰੇ ਪਾਸੇ ਚੱਲਣ ਲੱਗਾ। ਮਾਤਾ ਪਿਤਾ ਦੀ ਪਛਾਣ ਭੁੱਲਣ ਲੱਗਾ, ਧਾਰ ਦੇ ਰਸਤੇ ਚੱਲਣ ਲੱਗਾ। ਹੌਲੀ ਹੌਲੀ ਕੋਸ਼ਿਸ਼ ਕੀਤੀ, ਇਹ ਭੁੱਲ ਗਿਆ, ਇਹਨੂੰ ਸਮਝਾਇਆ ਜਾਏ। ਤੇ ਸਮਝਾਉਣ ਵਾਸਤੇ 4 ਵੇਦ ਰਚਿਤ ਕਰਾਏ ਗਏ, ਜਿਨ੍ਹਾਂ ਦੇ ਵਿੱਚ ਇਸ ਨੂੰ ਦੱਸਿਆ ਗਿਆ ਵੀ ਇੱਥੋਂ ਦਾ ਰਹਿਣ ਵਾਲਾ ਨਹੀਂ ਹੈ। ਲੇਕਿਨ ਉਹਨੇ ਚਿਰ ਨੂੰ ਮਾਇਆ ਨੇ ਇੰਨਾ ਇਹਦੇ ਤੇ ਪ੍ਰਭਾਵ ਪਾ ਲਿਆ, ਇਹ ਰਜੋ ਗੁਣੀ ਹੋ ਗਿਆ ਤੇ ਸਤੋ ਗੁਣ ਤੇ ਵੀ ਵਿਚਰਦਾ। ਕਾਲ ਨੇ ਇਸ ਇਲਾਕੇ ਦੇ ਵਿੱਚ ਇੰਨਾ ਪ੍ਰਭਾਵ ਪਾ ਲਿਆ ਕਿ ਪਰਮਾਤਮਾ ਦੇ ਨਾਂ ਤੇ ਬਹੁਤ ਸਾਰੇ ਥਾਂ ਬਣਨੇ ਸ਼ੁਰੂ ਹੋ ਗਏ। ਜਿਹੜਾ ਅਸਲ ਉਹਦਾ ਸੱਚਖੰਡ ਸੀ, ਦਰਗਾਹ ਸੀ, ਮਹਿਲ ਸੀ, ਉਹਦਾ ਭੇਦ ਨਾ ਆ ਸਕੇ ਤੇ ਕਾਲ ਨੇ ਇਸ ਇਲਾਕੇ ਦੇ ਵਿੱਚ ਉਹਦੀ ਪੂਜਾ ਸ਼ੁਰੂ ਕਰਾ ਦਿੱਤੀ। ਬਹੁਤ ਸਾਰੇ ਜੀਵ ਚੱਲਣ ਲੱਗੇ, ਰਜੋ ਗੁਣੀ ਹੋ ਕੇ ਚੱਲਣ ਲੱਗੇ ਤੇ ਪ੍ਰਚਾਰ ਇਹ ਸ਼ੁਰੂ ਹੋ ਗਿਆ ਵੀ ਸੰਸਾਰ ਦੇ ਵਿੱਚ ਜਿੱਥੇ ਤੁਸੀਂ ਵਿਚਰਦੇ ਹੋ, ਇੱਥੇ ਜਿਹੜਾ ਤੁਹਾਡਾ ਕਰਮ ਹੈ ਉਹ ਤੁਹਾਡਾ ਠੀਕ ਚੱਲਦਾ ਰਹੇ ਤੇ ਤੁਸੀਂ ਇੰਨਾ ਦਾਨ ਦਿਓ, ਆਹ ਕੰਮ ਬਣ ਜਾਏਗਾ, ਇਸ ਚੀਜ਼ ਦਾ ਦਾਨ ਦਿਓ, ਤੁਹਾਡਾ ਆਹ ਫਲ ਬਣ ਜਾਏਗਾ, ਇਸ ਚੀਜ਼ ਦਾ ਦਾਨ ਦਿਓ, ਆਹ ਬਣ ਜਾਏਗਾ। ਹੌਲੀ ਹੌਲੀ ਜਿਹੜੇ ਜੀਵ ਸੀ ਉਹ ਸਿਰਫ ਵੇਦਾਂ ਨੂੰ ਪੜ੍ਹਨ ਲੱਗੇ, ਦਾਨ ਕਰਨ ਲੱਗੇ ਦੁਨਿਆਵੀ ਪਦਾਰਥਾਂ ਦੀ ਖਾਤਰ। ਤੇ ਕੀ ਅਵਸਥਾ ਬਣ ਗਈ? ਪਾਤਸ਼ਾਹ ਕਹਿੰਦੇ ਤ੍ਰੈ ਗੁਣ ਸਭਾ ਧਾਤ ਹੈ, ਪੜ੍ਹ ਪੜ੍ਹ ਕਰੇ ਵਿਚਾਰ, ਮੁਕਤ ਕਦੇ ਨਾ ਹੋਵੇ, ਨਾ ਪਾਏ ਮੋਖ ਦਵਾਰ। ਮੁਕਤ ਨਹੀਂ ਹੋ ਸਕੇ, ਅਮਰ ਪਦਵੀ ਨਹੀਂ ਪ੍ਰਾਪਤ ਹੋ ਸਕੀ। ਕਿੱਥੋਂ ਤੱਕ ਸੀਮਤ ਹੋ ਗਏ? ਤ੍ਰੈ ਗੁਣਾਂ ਤੱਕ ਹੀ ਸੀਮਤ ਹੋ ਗਏ। ਮੂਰਖ ਅੰਧੇ ਤ੍ਰੈ ਗੁਣ ਸੇਵੇ, ਮਾਇਆ ਕੇ ਬਿਹਾਰੀ, ਅੰਦਰ ਕਪਟ ਉਧਰ ਭਰਨੇ ਕੇ ਤਾਈ, ਪਾਠ ਪੜ੍ਹੇ ਗਵਾਰੀ। ਸਿਰਫ ਰਜੋ ਗੁਣ ਦੀ ਖਾਤਰ ਆਪਣਾ ਦੁਨਿਆਵੀ ਕਰਮ ਦੇ ਨਾਲ ਜੁੜ ਗਏ, ਪਛਾਣ ਭੁੱਲਣ ਲੱਗੇ। ਬਹੁਤ ਸਾਰੇ ਜੀ ਭੁੱਲ ਗਏ। ਕੋਸ਼ਿਸ਼ ਕੀਤੀ ਵੀ ਪੁੱਛ ਲੈਣ ਕਿਸੇ ਨੂੰ, ਪਰ ਜਿਸ ਦੇ ਕੋਲ ਜਾਂਦੇ ਉਹ ਅੱਗੋਂ ਇਸ ਲੋਕ ਦੇ ਵਿੱਚ ਉਲਝਾ ਦਿੰਦਾ। ਪਰਮਾਤਮਾ ਦਾ ਭੇਦ ਨਹੀਂ ਆਇਆ। ਕਈਆਂ ਨੇ ਕੋਸ਼ਿਸ਼ ਕੀਤੀ ਮਿਲਿਆ ਜਾਏ, ਉਹਨਾਂ ਨੇ ਆਪਣੇ ਘਰ-ਬਾਰ ਛੱਡ ਦਿੱਤੇ, ਜੰਗਲਾਂ ਵਿੱਚ ਚਲੇ ਗਏ, ਪਹਾੜਾਂ ਵਿੱਚ ਚਲੇ ਗਏ, ਬਹੁਤ ਹੱਠ ਕੀਤਾ। ਇੱਥੋਂ ਤੱਕ ਪਾਉਣ ਦਾ ਉਹਨਾਂ ਨੂੰ ਸਮਝ ਲੱਗੀ ਵੀ ਪਾਉਣ ਜਿਹੜੀ ਹੈ ਇਹਦੇ ਵਿੱਚ ਆ ਕੇ ਮਾਇਆ ਪ੍ਰਗਟ ਹੁੰਦੀ ਹੈ। ਉਹਨਾਂ ਨੇ ਕੀਤਾ ਪਾਉਣ ਨੂੰ ਹੀ ਰੋਕਣਾ ਸ਼ੁਰੂ ਕਰ ਲਿਆ। ਹੌਲੀ ਹੌਲੀ ਪਾਉਣ ਨੂੰ ਰੋਕਦੇ ਗਏ, ਸਵਾਸ ਨੂੰ ਰੋਕ ਲੈਂਦੇ ਤੇ ਬਾਹਰੋਂ ਇੱਥੋਂ ਇੱਕ ਕਿੰਗ ਵਜਾਉਂਦੇ, ਸਵਾਸ ਰੋਕ ਕੇ ਉਹਦੇ ਵਿੱਚ ਧਿਆਨ ਲਾਉਂਦੇ। ਉਹਦੇ ਨਾਲ ਸਵਾਸਾਂ ਦੇ ਰੋਕਣ ਦੇ ਨਾਲ ਉਹਨਾਂ ਦੀ ਉਮਰ ਦੀ ਦਰ ਵੱਧਦੀ ਗਈ, ਉਮਰ ਲੰਮੀ ਹੋ ਗਈ, ਪਰ ਅੰਦਰੋਂ ਪਰਮਾਤਮਾ ਦੇ ਨਾਮ ਦਾ ਜਾਂ ਸੱਚ ਦਾ ਭੇਦ ਨਹੀਂ ਆਇਆ।
बड़ा लम्मा यतन किया। हुण ऐसी अवस्था में जो गुरु नानक देव जी ने देखा तो उन्हां दे कोल पहुंचे, तो उत्थे जिहड़े बैठे हुए सी किन्ना हठ कर रहे सी। महाराज ने जदों देखा तो बाणी विच लिखिया, आंदे ने कोट कोटी मेरी आरजा, पवन पियूं अपियाऊं, चंद सूरज दोए गुफे न देखा, सुपने सौण न थाऊं, भी तेरी कीमत ना पवे, हों के उड़ा खाना। परमात्मा नूं मिलण वास्ते दूसरा रस्ता अख्तियार किया कईयां ने, अपने शरीर नूं कटवाउणा शुरू किया, अग दे विच जलाउणा शुरू किया। आंदे ने कुस्सां कट्टियां वार वार, पीसण पीसां पाए, अग्गी सेती जालियां, भसम सेती रल जाओ, भी तेरी कीमत ना पवे, हों केवड़ आखा ना। इन्ना लम्मा सफ़र हो गया। कई जीव इन्नी दूर चले गए, सारे देशां रटन करना शुरू किया। तो मारे कहते ने पंखी होए के जे पवा, सह आसमानी जाऊं, नदरी किसे ना आवनी, ना किश पीऊं ना खाऊं, भी तेरी कीमत ना पवे, हों केवड़ आखा ना। कई ने बड़े बड़े पढ़ना शुरू किए, फिर लिखना शुरू किया। तो मारे कहते नानक कागद लख मना, पढ़ पढ़ कीचे पाओ, मसू तोट ना आवे, लेखन पौन चलाओ, भी तेरी कीमत ना पवे, केवड़ आखा ना। फिर भी मिलाप नहीं होया। इन्ना मन जिहड़ा सी वो भुल गया, उसनूं भेद नहीं आया। हालांकि मालक अंदर बैठ के आवाज़ भी दे रहा, सामने श्वास भी दे रहा। हौली हौली मन इन्ने भुल गए। तो समझाया सी गुरु दे राही मिल सकते हैं, पुछ सकते हैं, तो पूरा गुरु ही नहीं मिले। जे कोई मिले तो उन्हें कहा आ दान कर दो, आ पुण्य कर दो, ऐसा कर दो। इत्थे ही सारे उलझ के रह गए। ऐसी अवस्था दे विच महाराज सच्चे पातशाह ने जदों देखा, उन्होंने कहा भी जिहड़ा तुहानूं भेजण वाला है वो तुहाडे अंदर बाहर बैठा होया है, तो तुसीं उहनूं देखदे हो पर उहनूं पछाणदे नहीं हो। जिस तरह गुरु नानक देव जी ने शब्दां विच पछाण कराई। तो जिहड़े जिहड़े जग्यासू मिलना चाहुंदे सी, तड़फ से उन्होंने सीधे दर्शन कराने शुरू किए। तो महाराज कहते नानक देख दिखाइए, तिन सद बलहारे जास। उन्होंने दस्या भी किसा उहदी आवाज़ नूं सुन सकते हो, किसा तुसीं सामने देख सकते हो। ये गुरु नानक देव जी ने फिर समझाया। जदों जोगियां दे कोल गए, वो इथों बाहरों किंगरी वजा के ते सुन विच ध्यान लाउंदे। ते मारे कहन लगे वो तो अंदर ते बाहर सुन विच बैठा होया है, ते तुसीं सुन विच ध्यान लाउंदे हो, तुहानूं दिसदा नहीं। क्योंकि जोगी सुन विच ध्यान लाउंदे सी, जपदे सी। जोगी सुन ध्यान जेते अलख नाम करतार। कहते भी सानूं दर्शन नहीं हुंदे, बस इत्थे बैठे रहिंदे हां। तो गुरु नानक देव जी ने फिर उन्होंने दस्या। उन्होंने पूछा पहला, वो कहन लगे सुनो सुन कहे सब कोई, अनहत सुन कहाँ ते होई, अनहत रोज सुन रते से कैसे। भी तुसी गल करदे हो सुन दी, अनहद दी, ते अनहद दे वो सुन विच वो किथे सुन है जिथे अनहद चलदा पिया है। तो गुरु नानक देव जी ने जो उन्होंने ज्ञान दिता वो बाणी विच दर्ज हो गया। हुण ज़्यादातर असी भी जीव त्रै गुणों के विच ही खेचल करी जाते हाँ। जिहड़ा सुन विच शब्द चलता है उन्होंने पकड़ते नहीं, जिहड़ी आ पौण सुन विच समाउंदी है इत्थे ध्यान नहीं धरदे।
त्रै गुणां दे विच भज दौड़ कीती जांदे हैं ते सारी उम्र लंघ जाती है, ना शब्द का भेद आया, ना निर्गुण की पछाण हुई, तो जीवन तो व्यर्थ चला गया। तो गुरु नानक देव जी ने उन्होंने समझाया, कहने लगे 9 सर सोपर 10वें पूरे ते अनहत सुन वजावे तूरे। जे तुसी अनहद नूं सुनना चाहुंदे हो तो 9 दरां तो उपर ध्यान लाओ। 9 दरां तो उपर जो ध्यान लाओगे इथों तुहानूं शब्द की आवाज़ सुनाई देगी, तो जिहड़ा वो शब्द तुहानूं सुनेगा वो मालक के मुख की आवाज़ है, वो निरंकार के मुख विचों प्रगट हो रहा है शब्द, तो वो शब्द के नाल तुसीं जुड़ना है, वो तुहाडी सुरती का गुरु है। तो जे तुसीं निर्गुण के दर्शन करना चाहुंदे हो तो गुरु नानक देव जी ने उन्होंने समझाया, तो कहन लगे पवन का वासा सुन नवासा अकल कला तरसोई। भी अपना ध्यान माया वाले पासों हटा के आ जिहड़ी पौन आ रही है, तो जदों तुसीं पौन नूं छड्डदे हो इत्थे समा जाती है। जिस तरह आ पौन समा जाती है इस तरह तुसीं इत्थे ध्यान धरो। पवन का वासा सुन नवासा अकल कला तरसोई। इधर नूं अपनी कला का इस्तेमाल करो। तो जदों उन्होंने इस तरह ध्यान धरिया, सुन लाया, शब्द प्रगट होए, खुश हो गए। तो महाराज कहते ने जोगी शब्द अनाहद वावे, वो फिर अंदर जिहड़े शब्द से वो प्रगट होए, तो उन्होंने खुशी हुई भी असीं किन्ने किन्ने हज़ारां सालां दे बैठे हुए हाँ, बड़ी लंबी उम्र सी, तो सानू इस शब्द का भेद ही नहीं लगा। फिर उन्होंने गुरु नानक देव जी का सत्कार किया भी वाकया ये एक रूप है, ये मिले हुए ने। हुण महाराज सच्चे पातशाह आपां नूं ही समझा रहे हैं, तो हुण असीं भी सारे ही मेहनत कर रहे हैं, खोज कर रहे हैं, पर जिहड़ा असल मार्ग है शब्द का उन्होंने विरला विरला पकड़ता है, क्योंकि हाले तड़फ नहीं पैदा हुई। विछोड़े की जिन्हां अंदर तड़फ है उन्होंने पुछ के देखो, तो जदों उन्होंने रस्ता मिलता है वो छड्डदे नहीं। आंदे भी कई जन्म तो अगे साडे लंघ गए, तो हुण तां मसा मौका मिलिया है, तो हुण जे ये भी पता नहीं कदों स्वास खत्म हो गए तो फिर वारी आउणी कि नहीं आउणी। इस करके वो फिर रस्ते ते चलते हैं, तो दिन रात एक करते हैं मिलने वास्ते। उन्होंने अंदर तड़फ ते विराग हुंदा है, वो तां पैदा हुंदा है जे असी गुरु के उपदेश नूं समझदे, सच करके मनदे भी असी वाकई अपने मूल नालों विछड़े हुए हाँ। जिस तरह हुण आपां संसार नूं मन लिया, असल मन लिया, इत्थे कोई आपां नूं गल दसे भी तुहाडा कोई साथी विछड़ गया, उहदे कोई चोट लग गई, कुछ हो गया, असी परेशान हो जाएंगे उस वेले। परमात्मा के बारे सानू समझाया जा रहा है, विछड़े हुए हो, अंदर तड़फ नहीं पैदा होती, क्योंकि असी उसनूं अपना मन्निया नहीं हले। तो जिस दिन अपना मन लिया, कोई माड़ी जी गल भी करेगा परमात्मा की, विरागी हो जाओगे उस वेले, उहदे अगे पिछे तुरे फिरोगे भी तुसीं देखिया, मैनूं भी दिखा दो, मैनूं भी मिला दो, मैनूं लगदा तुसीं मिले हुए हो, क्योंकि हाले उन्होंने सच नहीं मन्निया, प्यार नहीं पिया। तो जब तक प्यार नहीं, फिर जीव सिर्फ फॉर्मैलिटी करता है। फॉर्मैलिटी कर ली, घंटा 2 घंटे सिमरन कर लिया, चक्कर मार लिया, कहते ठीक है, कोई नहीं, मिलिया जाऊगा तो आपे ठीक, ना मिले जाए तो कोई गल नहीं। अंदर विराग नहीं, तड़फ नहीं।
इस करके पातशाह कहते हैं जे अंदर तड़फ नहीं है, विराग नहीं है, तो वो बेअर्थ ही है। दुनियावी चीज़ों के प्रति विराग पैदा होता है, दुनियावी कारज के प्रति तड़फना असी लग जाती है सानू भी आह काम करना है, ऐसा करना है, चिंता परेशानी। तो पातशाह कहते जिसनूं मिलना उन्होंने मिलती तड़फ नहीं, क्योंकि उसनूं सच करके नहीं जानिया। इस करके पातशाह कहते हैं जिस तन बिरहा ना उपजे सो तन जान मसान। तो जदों आप गुरु का वचन सुनते हैं तो सानू सवास ही वो दे रहा है, उन्हें तुहाडे सामने है। हुण घर च कोई चीज़ दे नाल अपना प्रेम पै गया ना लभे, वो कहे तुहाडे ते लागे है, असीं कि मन तो देखते नहीं। उन्हें भी तुहानू सवास दे रहा, सामने है तुहाडे। हुण जिथों सवास आ रहा आज सारा सतगुरु ही है, निर्गुण इसनूं कहंदे ने। उन्हें तुसीं देख रहे हो इसनूं, पर तुहानू पहचान नहीं है इसकी। ਉਹਦੇ ਨਾਲ मैं जुड़िया होया। गुरु गोबिंद सिंह कहते हैं कान सुने पहचान न तिन स्यों, लिव लागे मोरी भागन स्यों। जिहदे बारे तुसी खाली सुनिया है, देखिया नहीं, मैं ਉਹਦੇ सन्मुख हाँ। तो कहते ने कित्थे तुहाडे सन्मुख है, कहते हो तुसी ध्यान धरो दा, ध्यान धरो तिह को मन मैं, जे को हम तो सब जग शहर। गुरु नानक देव जी कहते तुहाडे सामने है, देखो उसनूं, पछाणो उसनूं, कित्थों तुहानूं सवास आ रहा है। हुण जिथों सवास आ रहा है आ निर्गुण है सारा। तो मारे कहन लगे सतगुर नूं सबको देखदा, जेता जग संसार, डिठे मुगत न होवे जिच शब्द न करे विचार। एक ना दर्शन की प्रतीत ना आईयां, जिचर शब्द न करे विचार। इन्नी अखी नज़र ना आईयां, जिचर शब्द न करे विचार। हुण ये पछाण नहीं हुंदी, ਉਹਦੇ देखता रहने तो पछाण नहीं हो रही। मेरे ते किरपा करो। तो जदों असीं गुरु नूं समर्पण हुंदे हैं, वो फिर सानूं पछाण कराउंदा है, दिखाउंदा है। ਉਹਦੇ नानक देख दिखाइए तिन सद बलिहारे जास। तो जदों दिखाउंदे ने आंदे ने फिर आनंद वसदा भी आ है। हुण देखिया सतगुर मेरा सदा दिसे शब्द कमाए, दिसन लग पिया तो ठंड पै गई। आंदे साडा मूल है, इहदे विच असीं समाउणा है, ये साडा माता पिता है, ये निराकार है। फिर उत्थे कहंदे ने तुसीं उहदी पछाण करो, देखो उसनूं। तो जदों ध्यान लवाउंदे ने गुरमुख देखदे ने, तो उत्थे फिर कहंदे मन तू जोत स्वरूप है, अपना मूल पछाण, मन हर जी तेरे नाल है। हुण जिथे भी जाओ ये नाल नाल ही है, पासे हुंदा ही नहीं है। जिथे भी तुसीं मर्जी चले जाओ, हम देखी जाओ, दर्शन कीते जाओ, अंदर बाहर है। अस्थाना तो दूर हो जाओगे, ये तो कितने दूर होगे, ये तो नाल ही रहेगा। इस करके गुरु नानक देव जी ने सानू इस निरंकार दे नाल जोड़िया, तो जिस करके उन्हों का नाम निरंकार ही पै गया भी सीधा निरंकार दे नाल जोड़ते हैं। तो दूसरे जिहड़े ने जिथे लोग जाते हैं वो दृष्टमान दे नाल जोड़ देंदे ने, वो किसी थां नाल जोड़ देंदे ने, किसी जगह नाल जोड़ते हैं। तो गुरु नानक देव जी सीधा निरंकार दे नाल जोड़ते हैं। ये जो कुरुक्षेत्र के मेले ते विचार हुई जो गुरु नानक देव जी गए उत्थे, तो उत्थे इसे ही निर्गुण के उपर विचार चर्चा हुई, नाम के उपर विचार हुई। 3 दिन लगातार बहुत मेला भरिया होया सी। तो गुरु नानक देव जी का प्रचार करने का ढंग जिहड़ा सी ना वो वखरा सी। वो एक अस्थान नूं केंद्रित करदे जिथे उन्होंने प्रचार करना, तो 1 साल उहदे लागे लागे पिंडां दे विच प्रचार करते रहिंदे। काफ़ी संगत आले दुआले जदों समझ आती जुड़ जाती, फिर उस मेन अस्थान ते प्रवेश करते।
ਉੱਥੇ ਕੁਰੂਕਸ਼ੇਤਰ ਦਾ ਮੇਲਾ ਆ ਰਿਹਾ ਸੀ, ਕੁੰਭ ਦਾ, ਬਹੁਤ ਦੁਨੀਆ ਨੇ ਇਕੱਠੇ ਹੋਣਾ ਸੀ। ਤੇ ਗੁਰੂ ਨਾਨਕ ਦੇਵ ਜੀ ਨੇ ਇੱਕ ਸਾਲ ਉਹ ਲਾਗੇ ਲਾਗੇ ਬਹੁਤ ਪ੍ਰਚਾਰ ਕੀਤਾ। ਜਦੋਂ ਬਹੁਤ ਸੰਗਤ ਗੁਰੂ ਨਾਨਕ ਦੇਵ ਜੀ ਦੇ ਨਾਲ ਵਿਚਾਰਾਂ ਦੇ ਨਾਲ ਸੰਪਰਕ ਜੁੜ ਗਈ ਤੇ ਮਹਾਰਾਜ ਨੇ ਐਲਾਨ ਕੀਤਾ ਪਿਆਰ ਕਿ ਕੁਰੂਕਸ਼ੇਤਰ ਦੇ ਮੇਲੇ ਤੇ ਅਸੀਂ ਪਹੁੰਚਾਂਗੇ। ਉਹਨਾਂ ਦਿਨਾਂ ਦੇ ਵਿੱਚ ਸ਼ਾਇਦ ਅੱਜ ਕੱਲ੍ਹ ਵੀ ਉੱਥੇ ਟੈਕਸ ਲਾਇਆ ਜਾਂਦਾ ਹੈ ਜਦੋਂ ਮੇਲਾ ਲੱਗਦਾ ਕੁੰਭ ਦਾ। ਤੇ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਵੀ ਅਸੀਂ ਚਾਹਾਂਗੇ। ਬਹੁਤ ਸਾਰੀ ਸੰਗਤ ਪਿੰਡਾਂ ਦੇ ਵਿੱਚ ਸੁਨੇਹੇ ਭੇਜ ਦਿੱਤੇ ਵੀ ਉੱਥੇ ਪਹੁੰਚੋ। ਤੇ ਸਾਰੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜਿਹੜੀਆਂ ਇਕੱਠੇ ਹੋਏ ਨੇ ਤੇ ਉੱਥੇ ਜਦੋਂ ਪਹੁੰਚੇ ਤੇ ਇੰਨੀ ਸੰਗਤ ਸੀ ਗੁਰੂ ਨਾਨਕ ਦੇਵ ਜੀ ਦੇ ਨਾਲ ਵੀ ਉਹਨਾਂ ਨੂੰ ਬੈਰੀਅਰ ਚੁੱਕਣੇ ਪਏ। ਉਹਨਾਂ ਨੇ ਟੈਕਸ ਨਹੀਂ ਲਿਆ ਕੋਈ। ਉੱਥੇ ਬਾਣੀ ਸਾਰਾ ਇਤਿਹਾਸ ਦਰਜ ਹੈ। ਉੱਥੇ ਫਿਰ ਗੁਰੂ ਨਾਨਕ ਦੇਵ ਜੀ ਨੂੰ ਸਮਾਂ ਮਿਲਿਆ। 3 ਦਿਨ ਵਿਚਾਰ ਹੋਈ ਜੋਗੀਆਂ ਨਾਲ। ਪਹਿਲੇ ਦਿਨ ਸਮਾਂ ਮਿਲਿਆ ਉਹਨਾਂ ਨੂੰ, ਫਿਰ ਗੁਰੂ ਨਾਨਕ ਦੇਵ ਜੀ ਨੂੰ, ਫਿਰ ਇਸੇ ਤਰ੍ਹਾਂ ਗੰਦਰਬਾਂ ਨੂੰ, ਫਿਰ ਗੁਰੂ ਨਾਨਕ ਦੇਵ ਜੀ ਨੂੰ, ਫਿਰ ਨਾਂਗਿਆਂ ਨੂੰ, ਫਿਰ ਗੁਰੂ ਨਾਨਕ ਦੇਵ ਜੀ ਨੂੰ। ਤੇ ਜਦੋਂ ਵਿਚਾਰ ਹੋਈ ਉੱਥੇ ਗੁਰੂ ਨਾਨਕ ਦੇਵ ਜੀ ਨੇ ਨਿਰੰਕਾਰ ਦਾ, ਨਿਰਗੁਣ ਦਾ, ਸੱਚ ਦਾ ਨਾਮ ਦਾ ਭੇਦ ਦਿੱਤਾ। ਬਹੁਤ ਸੰਗਤ ਸੁਣਿਆ। ਤੇ ਜਿਹੜੇ ਦੂਸਰੇ ਸੀ ਉਹਨਾਂ ਨੇ ਉੱਥੇ ਰੌਲਾ ਪਵਾ ਦਿੱਤਾ ਵੀ ਇਹ ਸੂਰਜ ਗ੍ਰਹਿਣ ਦੇ ਮੌਕੇ 'ਤੇ ਜਦੋਂ ਇੱਥੇ ਲੋਕ ਅੱਗ ਨਹੀਂ ਬਾਲਦੇ ਤਾਂ ਗੁਰੂ ਨਾਨਕ ਦੇਵ ਜੀ ਨੇ ਹਿਰਨ ਦਾ ਸ਼ਿਕਾਰ ਕਰਕੇ ਤੇ ਮਾਸ ਵੰਡਿਆ, ਮੀਟ ਵੰਡਿਆ। ਉਹ ਇੰਨੀ ਪ੍ਰਚਲਿਤ ਹੋ ਗਈ ਤੇ ਅੱਜ ਵੀ ਉਹ ਪ੍ਰਚਲਿਤ ਹੈ ਵੀ ਉੱਥੇ ਗੁਰੂ ਨਾਨਕ ਦੇਵ ਜੀ ਨੇ ਹਿਰਨ ਦਾ ਮਾਸ ਵੰਡਿਆ ਹੈ। ਹੁਣ ਉਹ ਇੰਨਾ ਗੱਲ ਚੱਲਦੇ ਚੱਲਦੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਬਹੁਤ ਫੈਲੀ ਤੇ ਗੁਰੂ ਅਰਜਨ ਦੇਵ ਜੀ ਨੂੰ ਗੁਰਮੁਖ ਪੁੱਛਣ ਲੱਗੇ ਵੀ ਉੱਥੇ ਕੀ ਹੋਇਆ, ਸਾਨੂੰ ਦੱਸੋ। ਤੇ ਗੁਰੂ ਅਰਜਨ ਦੇਵ ਜੀ ਨੇ ਫਿਰ ਉਹ ਦੱਸਿਆ ਵੀ ਉੱਥੇ ਕਿਸ ਤਰ੍ਹਾਂ ਵਿਚਾਰ ਹੋਈ। ਮਹਾਰਾਜ ਨੇ ਦੱਸਿਆ ਵੀ ਜਦੋਂ ਜੋਗੀਆਂ ਨੂੰ ਸਮਾਂ ਮਿਲਿਆ ਤੇ ਉਸ ਵਕਤ ਪੰਡਾਲ ਦੇ ਵਿੱਚ ਬੜਾ ਸ਼ੋਰ ਹੁੰਦਾ ਸੀ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਿਚਾਰ ਕਰਨ ਲੱਗੇ ਤਾਂ ਗੁਰੂ ਨਾਨਕ ਦੇਵ ਜੀ ਨੇ ਕਥਾ ਸ਼ੁਰੂ ਕੀਤੀ 5 ਸ਼ਬਦਾਂ ਤੋਂ। ਤੇ ਮੁੱਖ ਦੇ ਵਿੱਚੋਂ ਜਦੋਂ ਉਹਨਾਂ ਦੇ ਬਚਨ ਨਿਕਲੇ ਤੇ ਉਹਨਾਂ ਦੇ ਬਚਨਾਂ ਨੂੰ ਸੁਣ ਕੇ ਜਿਹੜੀ ਸੰਗਤ ਸੀ, ਲੋਕ ਸੀ, ਜਿੱਥੇ ਜਿੱਥੇ ਬੈਠੇ ਰਹਿ ਗਏ। ਜੇ ਕਿਸੇ ਦੀ ਅੱਖ ਖੁੱਲ੍ਹੀ ਸੀ, ਖੁੱਲ੍ਹੀ ਰਹਿ ਗਈ। ਜਿੱਥੇ ਕਿਸੇ ਦਾ ਹੱਥ ਪਿਆ ਸੀ, ਪਿਆ ਰਹਿ ਗਿਆ। ਗੁਰੂ ਨਾਨਕ ਦੇਵ ਜੀ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਬਚਨ ਸੁਣਨ ਵਾਸਤੇ ਉਹ ਇਕਾਗਰ ਹੋ ਗਏ। ਤੇ ਮਹਾਰਾਜ ਨੇ ਜਦੋਂ 5 ਸ਼ਬਦਾਂ ਤੋਂ ਗੱਲ ਸ਼ੁਰੂ ਕੀਤੀ ਤੇ ਸਹਿਜ ਸੁਭਾਅ ਹੀ ਜੀਵਾਂ ਦੇ ਮਨਾਂ ਨੂੰ ਪਕੜ ਲਿਆ। ਉਹਨਾਂ ਦੀਆਂ ਜਿਹੜੀਆਂ ਗਿਆਨ ਇੰਦਰੀਆਂ 5 ਤੇ 5 ਕਰਮ ਇੰਦਰੀਆਂ ਨੇ ਉਹਨਾਂ ਨੂੰ ਕੰਟਰੋਲ ਕਰ ਲਿਆ। ਕੋਈ ਹਿੱਲਿਆ ਨਹੀਂ ਉੱਥੇ। ਤੇ ਉਸ ਨੂੰ ਫਿਰ ਗੁਰੂ ਅਰਜਨ ਦੇਵ ਜੀ ਨੇ ਦੱਸਿਆ, ਉਹ ਸ਼ਬਦ ਬਾਣੀ 'ਚ ਦਰਜ ਹੈ। ਮਹਾਰਾਜ ਕਹਿਣ ਲੱਗੇ 10 ਮਿਰਗਨੀ ਸਹਿਜੇ ਬਾਂਧ ਆਨੀ। ਕਾਹਦਾ ਸ਼ਿਕਾਰ ਕੀਤਾ ਉੱਥੇ? ਆ ਜਿਹੜੀਆਂ 10 ਗਿਆਨ ਇੰਦਰੀਆਂ ਇਹਨਾਂ ਨੂੰ ਮਿਰਗਣੀਆਂ ਕਿਹਾ ਉਹਨਾਂ ਨੂੰ। 10 ਮਿਰਗਨੀ ਸਹਿਜੇ ਬਾਂਧ ਆਨੀ, 5 ਮਿਰਗ ਬੇਦੇ ਸ਼ਿਵ ਕੀ ਬਾਣੀ। ਜਦੋਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਇਕਾਗਰ ਹੋ ਗਈਆਂ ਤੇ ਸੁਣਦਿਆਂ ਸੁਣਦਿਆਂ ਅਕਥ ਕਹਾਣੀ ਜੀਵਾਂ ਦੇ ਅੰਦਰ 5 ਸ਼ਬਦ ਪ੍ਰਗਟ ਹੋ ਗਏ। 5 ਸ਼ਬਦਾਂ ਨੂੰ ਸ਼ਿਵ ਬਾਣੀ ਕਹਿੰਦੇ ਨੇ। ਸ਼ਿਵ ਬਾਣੀ ਪਰਮਾਤਮਾ ਦੀ ਆਵਾਜ਼। ਤੇ ਜਦੋਂ ਉਹ 5 ਸ਼ਬਦ ਪ੍ਰਗਟ ਹੋਏ ਤੇ ਜਿਹੜੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸੀ ਉਹਨਾਂ ਨੂੰ ਪਕੜ ਲਿਆ ਗਿਆ। 10 ਮਿਰਗਨੀ ਸਹਿਜੇ ਬਾਂਧ ਆਨੀ, 5 ਮਿਰਗ ਬੇਦੇ ਸ਼ਿਵ ਕੀ ਬਾਣੀ। ਤੇ ਜਦੋਂ ਉਹਨਾਂ 5 ਨੂੰ ਪਕੜ ਲਿਆ ਤੇ ਰਹਿ ਗਏ ਮਨ ਇਕੱਲੇ। ਤੇ ਜਦੋਂ ਮਨ ਸੰਗਤ ਵਿੱਚ ਆ ਕੇ ਬੈਠਦਾ ਹੈ, 5 ਤੋਂ ਰਹਿਤ ਹੋ ਜਾਂਦਾ, ਉਹਨੂੰ ਸੰਤ ਕਹਿੰਦੇ ਨੇ। ਤੇ ਕਹਿੰਦੇ ਉਹਨਾਂ ਮਨਾਂ ਨੂੰ ਲੈ ਕੇ ਫਿਰ ਗੁਰੂ ਨਾਨਕ ਦੇਵ ਜੀ ਆਤਮਾ ਦੇ ਮੁਖੀ ਅਗਵਾਈ ਕਰਨ ਲੱਗੇ। ਕਹਿੰਦੇ ਸੰਤ ਸੰਗ ਲੈ ਚਰੋ ਸ਼ਿਕਾਰ। ਉਹ ਜਿਹੜੇ ਮਨ ਸੰਤ ਬਣ ਗਏ ਉਹਨਾਂ ਨੂੰ ਲੈ ਕੇ ਸ਼ਿਕਾਰ ਤੇ ਚੜ੍ਹੇ।
मिर्ग पकड़े बिन घोर हथियार। घोड़े का इस्तेमाल नहीं किया, किसी हथियार का इस्तेमाल नहीं किया। तो किस तरह पकड़े, कदों इन्हों पकड़िया, जदों मन निज महल दे विचों बाहर निकल लगा तो 3 गुणा के विहड़े दे विच पंजां नूं पकड़िया गया। आखेर बिरत बाहर आयो धाए, घेरा पायो करके गाए। मिर्ग पकड़े कर आने हाट, चुक चुक लै गए बांडे बाट। कहते ये फिर महाराज ने मिर्ग उत्थे वंडिया, तो जिन्ना जिन्ना किस देशे च आया उन्ना उन्ना अपने भांडे विच पा के लै गया। मिर्ग पकड़े कर आने हाट, चुक चुक लै गए बांडे बाट। इहा हेरो कीनो दान, नानक के घर केवल नाम। आंदे ये फिर उत्थे उन्होंने नाम का भेद दिता ते निरंकार दे नाल जोड़िया। जिन्ना जिन्ना किसी नूं समझ आया आंदे ने नोच लोच खुआया। वो नोच नोच के लै गए ज्ञान जिहड़ा सी, जाके उन्होंने अपने इलाकों में रौला पा दिता भी नानक सीधा ही निरंकार दे नाल जोड़ता है। सानू सीधा ही निरंकार दे नाल जोड़ दिता, उसने सीधा ही नाम दे नाल जोड़ दिता, शब्द दे नाल जोड़ दिता। आंदे लोच लोच खुआया, साकत हर हर चेतन आया। तो जिहड़े मनमुख सी वो कहन लगे जी उत्थे तां उन्होंने मीट वंडिया। इस करके उत्थे फिर गुरु नानक देव जी ने उन्होंने दे नाल अगले दिन विचार किए तो कह लगे तुहानूं जदों गल करदे हां ज्ञान दी ध्यान दी, वो तो कोई आउंदी नहीं, तो तुसीं मीट दा ते मांस दा रौला पाउंदे हो। अगले दिन फिर उन्होंने दे नाल मांस ते विचार होई ते महाराज कहंदे मांस मांस कर मूर्ख झगड़े, ज्ञान ध्यान नहीं जाने। कौन साग कौन मांस कहावे। उत्थे फिर महाराज ने दस्सिया भी की अवस्था है, मांस की है, किस अवस्था दे विच साडी खुराक है। उत्थे फिर गुरु नानक देव जी ने भेज दिता भी एक पासे दा तुसीं धर्म दे राह ते चलदे हो, इत्थे जग करदे हो ते परमात्मा दे नाम ते दूसरे दी बलि दिंदे हो ते अपने आप नूं ऋषि मुनि कहिंदे हो। ते एक पासे जिहड़ा धर्म दे मार्ग ते चलदे हो, ते एक पासे जिहड़ा मांस वेचण वाला है, कसाई है, उन्हूं माड़ा कहिंदे हो। तो तुहाडे ते उहदे च फिर की फर्क है। तो महाराज कहन लगे जियो बधो तुम धर्म कहत हो, आ धर्म कहो कत पाई। आपस को मुनवर कर थापो, काको कहो कसाई। अपने आप नूं तुसीं मुनि कहंदे हो तो फिर कसाई किहनूं कहांगे असीं। उत्थे फिर पातशाह ने समझाया उन्होंने सारिਆਂ ਨੂੰ भी ये तुहाडे मन का वहम है भी ऐसी अवस्था वे तुहानूं मांस खाना ही नहीं आउंदा, तुहानूं रस नहीं लैना आउंदा, तुहानूं उहदा वरतों नहीं करनी आउंदी कि जो परमात्मा ने ये अपने वास्ते खेल बनाया। एक पासे वेदां दा पाठ करते हो, एक पासे जी हत्या करते हो। तो महाराज ने उत्थे मना किया, कहंदे ने वेद पढ़े मुख मीठी बाणी, जियां कोत न संगे प्राणी। वो फिर उहदे विच गुरु नानक देव जी ने दस्सिया भी किस तरह आपां रस लैना है। जिस तरह उन्होंने दस्सिया बच्चा जदों जन्म लैंदा है, माता का दुध मुख दे विच पाउंदा है, उहदे विचों वो रस लैंदा है, अपनी खुराक लैंदा है, ते ना कि अपनी माता नूं खांदा है मार के। इसी तरह गुरु नानक देव ने दस्सिया भी ये जिहड़े जीव ने इन्हां तों तुसीं कम लै सकदे हो। मास दे कोलों जे बलद है उहदे कोलों खेती करा सकते हो, जे कोई होर जानवर है उहदे कोल कोई काम करा सकते हो। इसी तरह ही तुसीं इहदे तों कोई कम लै सकते हो। ये इसनूं वरतन का तरीका है, ना कि अपनी जीभा दे रस की खातर किसी की हत्या करके उसनूं खाना। ये धर्म नहीं है। वो फिर गुरु नानक देव जी ने उहदे मास से किसी नाल आपां विचार करांगे, वो फिर समझाया। ऐसा फिर गुरु नानक देव जी ने संसार नूं नाम का भेद दिता ते निरंकार दे नाल जोड़िया। असीं भी अपने मूल की पछाण करके निरंकार दे नाल जुड़ना है। तो जिहड़ा निरंकार की पछाण कर लैंदा उहदे नाल जुड़ गया,
ਉਹੀ ਸੱਚ ਵਿੱਚ ਸਮਾਉਂਦਾ ਹੈ। ਸੱਚ ਸੱਚਾ ਜਿਨੀ ਅਰਾਧਿਆ ਸੇ ਜਾਏ ਰਲੇ ਸੱਚ ਨਾਲ ਲੈ। ਸੋ ਹੁਣ ਆਪਾਂ ਕੋਸ਼ਿਸ਼ ਕਰਨੀ ਹੈ, ਜਦੋਂ ਤੁਸੀਂ ਅਭਿਆਸ ਕਰਦੇ ਹੋ ਹੌਲੀ ਹੌਲੀ ਧਿਆਨ ਨੂੰ ਇਸ ਅਵਸਥਾ ਵਿੱਚ ਲੈ ਕੇ ਜਾਣਾ। ਅੱਜ ਜਦੋਂ ਸਵਾਸ ਛੱਡਦੇ ਹੋ ਇੱਥੇ ਧਿਆਨ ਲਾਇਆ ਕਰੋ ਆਪਣਾ, ਅਤੇ ਜਿਵੇਂ ਜਿਵੇਂ ਪਾਉਣ ਇੱਥੇ ਸਮਾਏਗੀ ਇਸੇ ਤਰ੍ਹਾਂ ਧਿਆਨ ਲਾਓਗੇ। ਇਹਨੂੰ ਕਹਿੰਦੇ ਨੇ ਨਿਰੰਕਾਰ ਮੇ ਆਕਾਰ ਸਮਾਵੇ, ਅਕਲ ਕਲਾ ਸਾ ਸਾਜ ਟਿਕਾਵੇ, ਸੋ ਨਰ ਗਰਭ ਜੋਨ ਨਹੀਂ ਆਵੇ। ਫਿਰ ਇਸੇ ਤਰ੍ਹਾਂ ਮਨ ਜਿਹੜਾ ਹੈ ਸਾਡਾ ਇਸ ਨਿਰਾਕਾਰ ਦੇ ਵਿੱਚ ਸਮਾ ਜਾਏਗਾ। ਸੋ ਇਹ ਕੋਸ਼ਿਸ਼ ਕਰਨੀ ਹੈ ਆਪਾਂ। ਇਹ ਸੁਨੇਹਾ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਦੇ ਵਿੱਚ ਆ ਕੇ ਆਪਾਂ ਨੂੰ ਦਿੱਤਾ। ਆਓ ਹੁਣ ਇੱਥੇ ਸਮਾਪਤੀ ਕਰਦੇ, ਸਮਾਂ ਕਾਫੀ ਹੋ ਗਿਆ। ਥੋੜ੍ਹਾ ਜਿਹਾ ਅਭਿਆਸ ਕਰੀਏ ਔਰ ਜੋ ਅੱਜ ਆਪਾਂ ਸਮਝਿਆ ਆਪਣੇ ਮੂਲ ਦਾ, ਇਹਨੂੰ ਆਪਣੇ ਨਾਲ ਵਸਾ ਕੇ ਰੱਖਣਾ ਹੈ। ਜੇ ਸਾਨੂੰ ਐਸਾ ਦਿਸਣ ਲੱਗ ਪਿਆ ਉਹਦੇ ਸਤਿਗੁਰ ਮੇਰਾ ਪਿਆਰਾ ਮੇਰੇ ਨਾਲ ਹੈ, ਤਾਂ ਆਪਣੇ ਨਾਲ ਹੀ ਹਰ ਵਕਤ ਜਿੱਥੇ ਕਿੱਥੇ ਮੈਨੂੰ ਲੈ ਛਡਾਏ, ਉਹ ਨਾਲ ਹੀ ਹੈ, ਹਰ ਵਕਤ ਅੰਗ ਸੰਗ ਹੈ। ਜਦੋਂ ਅਸੀਂ ਵਾਪਸ ਜਾਣਾ ਹੈ ਸਾਨੂੰ ਛਡਾ ਲਏਗਾ। ਇਸ ਕਰਕੇ ਦੂਰ ਨਹੀਂ ਹੋਣਾ, ਨੇੜੇ। ਆਓ ਸਾਰੇ ਜਣੇ ਥੋੜ੍ਹਾ ਅਭਿਆਸ ਕਰੀਏ, ਫਿਰ ਆਪਾਂ ਸਮਾਪਤੀ ਹੈ ਸਾਰੀ। ਵਾਹਿਗੁਰੂ।